88 ਪੈਰਾ ਨੰਬਰ 88 ਔਰ ਇੱਥੇ ਭਾਈ ਬ੍ਰਾਨਮ ਆਪਣਾ ਟੈਂਟ ਵਿਜ਼ਨ ਦੱਸਣ ਲੱਗੇ ਆ ਔਰ ਹੁਣ ਆਪਣਾ ਪਾਠ ਬੜੇ ਧਿਆਨ ਦੇ ਨਾਲ ਸੁਣਿਓ। ਵਿਲੀਅਮ ਬ੍ਰਾਨਮ ਦੀ ਸੇਵਕਾਈ ਕਿੱਥੇ ਦਿਖਾਈ ਗਈ? ਭੈਣੋ ਬੋਲੋ। ਔਰ ਉਹਨਾਂ ਪਹਾੜਾਂ ਦੇ ਵਿੱਚੋਂ 3 ਪਹਾੜ ਦੂਤ ਕਹਿ ਰਿਹਾ ਉਹ ਤੇਰੀ ਸੇਵਕਾਈ ਦੇ 3 ਖਿਚਾਵ ਹਨ। ਪਹਿਲਾ ਖਿਚਾਵ ਛੋਟਾ ਸੀ, ਦੂਸਰਾ ਖਿਚਾਵ ਤੇ ਤੀਸਰਾ ਖਿਚਾਵ। God bless you. And then I went in. ਅਤੇ ਫਿਰ ਮੈਂ ਅੰਦਰ ਗਿਆ Further into the vision. ਉਸ ਦਰਸ਼ਨ ਦੇ ਹੋਰ ਵੀ ਅੰਦਰ। ਟੈਂਟ ਵਿਜ਼ਨ ਆਏ ਔਰ ਭਾਈ ਬ੍ਰਾਨਮ ਨੂੰ ਦਰਸ਼ਨ ਦਿਖਾਇਆ ਗਿਆ। ਟੈਂਟ ਵਿਜ਼ਨ, ਤੰਬੂ ਦਾ ਦਰਸ਼ਨ। And when it did, ਅਤੇ ਜਦੋਂ ਇਸ ਤਰ੍ਹਾਂ ਹੋਇਆ I was standing with, ਮੈਂ ਉੱਥੇ ਖੜਾ ਸੀ। you know, a little baby shoes. ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਇੱਕ ਛੋਟੇ ਬੱਚੇ ਦਾ ਜੁੱਤਾ ਹੁੰਦਾ ਹੈ, About a year old. ਲਗਭਗ 1 ਸਾਲ ਦੇ ਬੱਚੇ ਦਾ। You know, a little bitty eyelets. ਤੁਹਾਨੂੰ ਪਤਾ ਹੈ ਉਹਨਾਂ ਛੋਟੀਆਂ ਅੱਖਾਂ ਦੇ ਬਾਰੇ। Not a booty, ਇਹ ਕੁਝ ਵੱਡੀ ਨਹੀਂ, but a shoe, and I had a string in my hand trying to lace this little 1/8 of an inch hole in this eyelet. ਅਤੇ ਮੇਰੇ ਹੱਥ ਵਿੱਚ ਇੱਕ ਫੀਤਾ ਸੀ ਜੋ ਕਿ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਗਲੀ ਵਿੱਚੋਂ ਕੱਢਾਂ ਜੋ ਕਿ ਉਸ ਜੁੱਤੇ ਵਿੱਚ ਸੀ, ਇੰਚ ਦਾ ਵੀ 8ਵਾਂ ਹਿੱਸਾ। ਜਾਂ ਤੁਹਾਨੂੰ ਮੈਂ ਇਦਾਂ ਸਧਾਰਨ ਭਾਸ਼ਾ 'ਚ ਸਮਝਾਉਣਾ ਆ ਕਿ ਭਾਈ ਬ੍ਰਾਨਮ ਦੇ ਹੱਥ ਵਿੱਚ ਇੱਕ ਬੱਚੇ ਦੀ ਜੁੱਤੀ ਹੈ, ਪਰ ਉਹਦੇ ਵਿੱਚ ਤਸ਼ਮਾ ਜੋ ਪਾ ਰਿਹਾ ਉਹ ਬੜਾ ਮੋਟਾ ਆ, 1 ਇੰਚ ਮੋਟਾ ਹੈ। ਤੇ ਕਹਿੰਦਾ ਮੈਂ ਬੱਚੇ ਦੀ ਜੁੱਤੀ ਵਿੱਚ ਮੋਟਾ ਤਸ਼ਮਾ ਪਾਉਣ ਦਾ ਯਤਨ ਕਰ ਰਿਹਾ ਸੀ। With about 1/2 inch string, ਅਤੇ ਲਗਭਗ ਅੱਧੇ ਇੰਚ ਦਾ ਉਹ ਫੀਤਾ just working fervently, trying to push that string through. ਅਤੇ ਬੜੀ ਕੋਸ਼ਿਸ਼ ਦੇ ਨਾਲ ਉਸ ਨੂੰ ਉਸ ਦੇ ਵਿੱਚੋਂ ਧੱਕ ਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। That 1/2 inch string ਉਹ ਅੱਧੇ ਇੰਚ ਦਾ ਤਸ਼ਮਾ through an 1/8 of an inch eyelet. ਉਸ ਛੋਟੇ ਸੁਰਾਖ ਵਿੱਚੋਂ ਜੋ ਇੰਚ ਦਾ ਵੀ 8ਵਾਂ ਹਿੱਸਾ ਸੀ। And I was breaking the thread all over. ਅਤੇ ਮੈਂ ਥਾਂ ਤੇ ਉਸ ਤਸ਼ਮੇ ਨੂੰ ਤੋੜ ਰਿਹਾ ਸੀ। The string trying to push it through like that. ਅਤੇ ਕੋਸ਼ਿਸ਼ ਕਰ ਰਿਹਾ ਸੀ ਕਿ ਧੱਕ ਕੇ ਉਸ ਵਿੱਚੋਂ ਉਸ ਨੂੰ ਕੱਢ ਦਵਾਂ। And it was just wouldn't do it. ਅਤੇ ਇਹ ਨਹੀਂ ਹੋ ਪਾ ਰਿਹਾ And ਸੀ the string was being all broke up ਅਤੇ ਅਖੀਰ ਵਿੱਚ ਉਹ ਸਾਰਾ ਤਸ਼ਮਾ ਹੀ ਟੁੱਟ ਗਿਆ on the end. ਅਖੀਰ ਵਿੱਚ। So just then I heard someone say behind me, ਅਤੇ ਫਿਰ ਮੈਂ ਕਿਸੇ ਨੂੰ ਮੇਰੇ ਪਿੱਛੇ ਇਹ ਬੋਲਦੇ ਹੋਏ ਸੁਣਿਆ, don't you understand that you can't teach babies supernatural things? ਕੀ ਤੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਤੂੰ ਬੱਚਿਆਂ ਨੂੰ ਇਹਨਾਂ ਅਲੌਕਿਕ ਚੀਜ਼ਾਂ ਨਹੀਂ ਸਿਖਾ ਸਕਦਾ? ਤੂੰ ਇਹ ਅਲੌਕਿਕ ਚੀਜ਼ਾਂ ਛੋਟੇ ਬੱਚਿਆਂ ਨੂੰ ਨਹੀਂ ਸਿਖਾ ਸਕਦਾ। I looked around ਤਾਂ ਮੈਂ ਮੁੜ ਕੇ ਆਪਣੇ ਦੁਆਲੇ ਵੇਖਿਆ and it was behind me, ਅਤੇ ਇਹ ਮੇਰੇ ਪਿੱਛੇ ਸੀ। and I recognized that voice. ਅਤੇ ਮੈਨੂੰ ਉਸ ਆਵਾਜ਼ ਦੀ ਪਛਾਣ ਸੀ। He said, ਉਸਨੇ ਆਖਿਆ, you are using the wrong end of the string. ਤੂੰ ਤਸ਼ਮੇ ਦਾ ਗਲਤ ਪਾਸਾ ਇਸਤੇਮਾਲ ਕਰ ਰਿਹਾ ਹੈ। And I looked down at the end of the string, ਅਤੇ ਮੈਂ ਉਸ ਤਸ਼ਮੇ ਦੇ ਪਾਸੇ ਵੱਲ ਵੇਖਿਆ, ਅਖੀਰ ਵੱਲ, laying on the floor, ਜੋ ਕਿ ਉਸ ਫਰਸ਼ ਉੱਤੇ ਪਿਆ ਸੀ, a great pile of string. ਅਤੇ ਤਸ਼ਮਿਆਂ ਦੀ ਇੱਕ ਵੱਡੀ ਢੇਰੀ ਲੱਗੀ ਹੋਈ ਸੀ। And it was lashed down to the nice 1/8 of inch. ਅਤੇ ਉੱਥੇ ਉਸ ਤਸ਼ਮੇ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਉਸ ਸੁਰਾਖ ਵਿੱਚੋਂ ਕੱਢਿਆ ਹੋਇਆ ਸੀ। So it would go through the hole. I said, I understand. ਤਾਂ ਕਿ ਉਹ ਉਸ ਸੁਰਾਖ ਵਿੱਚੋਂ ਨਿਕਲ ਪਾਵੇ। ਮੈਂ ਆਖਿਆ, ਹੁਣ ਮੈਂ ਸਮਝਦਾ ਹਾਂ। And as I reached to pick up the string, ਅਤੇ ਜਿਉਂ ਹੀ ਮੈਂ ਉਸ ਤਸ਼ਮੇ ਨੂੰ ਚੁੱਕਣ ਲਈ ਅੱਗੇ ਵਧਿਆ, I was taken again. ਮੈਨੂੰ ਫੇਰ ਲੈ ਲਿਆ ਗਿਆ। Now you mark this down. ਹੁਣ ਤੁਸੀਂ ਇਸ ਨੂੰ ਲਿਖ ਲਓ। Watch it come to pass.
ਅਤੇ ਇਸ ਨੂੰ ਪੂਰਾ ਹੁੰਦੇ ਹੋਏ ਵੇਖਿਓ। And as I started to reach down, ਅਤੇ ਜਿਉਂ ਹੀ ਮੈਂ ਨੀਚੇ ਵਾਪਸ ਜਾਣਾ ਸ਼ੁਰੂ ਕੀਤਾ I was gone again. ਤਾਂ ਮੈਂ ਫੇਰ ਵਾਪਸ ਚਲਾ ਗਿਆ। Then when I come to, ਅਤੇ ਫੇਰ ਜਦੋਂ ਮੈਂ ਆਇਆ I was standing by the side of a beautiful lake, ਤਾਂ ਮੈਂ ਇੱਕ ਬੜੀ ਅੱਛੀ खूबसूरत, ਬੜੀ ਖੂਬਸੂਰਤ ਨਦੀ ਦੇ ਕਿਨਾਰੇ ਖੜਾ ਸੀ। something like your lake out here in the summertime when it's real pretty and green. ਅਤੇ ਇੱਕ ऐसी नदी ਐਸੀ ਨਦੀ ਜੋ ਕਿ ਗਰਮੀਆਂ ਦੇ ਸਮੇਂ ਵਿੱਚ ਬੜੀ ਸੋਹਣੀ ਅਤੇ ਹਰੀ ਭਰੀ ਹੋ ਜਾਂਦੀ ਹੈ। and there was a fisherman all around the lake, ਅਤੇ ਉਸ ਨਦੀ ਦੇ ਦੁਆਲੇ ਮਛਵਾਰੇ ਸਨ and they were fishing, ਅਤੇ ਉਹ ਮੱਛੀਆਂ ਫੜ ਰਹੇ ਸਨ but they were catching small fishes. ਪਰ ਉਹ ਛੋਟੀਆਂ ਮੱਛੀਆਂ ਫੜ ਰਹੇ ਸਨ। ਦਰਸ਼ਨ ਹੁਣ ਕਿੱਧਰ ਨੂੰ ਚਲਾ ਗਿਆ? ਇੱਕ ਨਦੀ ਦੇ ਕੰਢੇ ਤੇ, ਔਰ ਭਾਈ ਬ੍ਰਾਨਮ ਨਦੀ ਦੇ ਕੰਢੇ ਤੇ ਦੇਖ ਰਹੇ ਕੁਝ ਮਛੁਆਰੇ ਮੱਛੀਆਂ ਫੜ ਰਹੇ ਸਨ। and I looked out into the lake, ਅਤੇ ਮੈਂ ਉਸ ਨਦੀ ਵੱਲ ਵੇਖਿਆ and those great beautiful rainbow trout out there. ਅਤੇ ਉੱਥੇ ਬੜੀਆਂ ਹੀ ਮਹਾਨ ਅਤੇ ਸੁੰਦਰ ਰੇਨਬੋ ਟਰਾਊਟ ਸਨ ਮੱਛੀਆਂ। ਰੇਨਬੋ ਟਰਾਊਟ ਕੀ ਹੈ? ਮੱਛੀ ਮੱਛੀ ਦੀ ਕਿਸਮ ਆ ਭਾਈਓ, ਯਾਦ ਰੱਖਿਓ। ਰੇਨਬੋ ਟਰਾਊਟ ਕੀ ਹੈ? ਮੱਛੀ ਦੀ ਕਿਸਮ ਹੈ। ਔਰ ਭਾਈ ਬ੍ਰਾਨਮ ਕਹਿੰਦਾ ਕਿ ਬਹੁਤ ਸਾਰੀਆਂ ਖੂਬਸੂਰਤ ਸੋਹਣੀਆਂ ਰੇਨਬੋ ਟਰਾਊਟ ਮੱਛੀਆਂ ਸਨ ਉੱਥੇ। ਐਂਡ ਆਈ ਸੈਡ, ਅਤੇ ਮੈਂ ਆਖਿਆ ਆਈ ਨੋ ਦਿਸ ਇਜ਼ ਅ ਵਿਜ਼ਨ। ਮੈਂ ਜਾਣਦਾ ਹਾਂ ਕਿ ਇਹ ਇੱਕ ਦਰਸ਼ਨ ਹੈ। ਭਾਈ ਬ੍ਰਾਨਮ ਖੜਾ ਆ, ਦੇਖ ਵੀ ਰਿਹਾ ਤੇ ਪਤਾ ਆ ਕਿ ਮੈਂ ਹੁਣ ਕੀ ਦੇਖ ਰਿਹਾ, ਇੱਕ ਦਰਸ਼ਨ। ਬਟ ਆਈ ਕਾਂਟ ਅੰਡਰਸਟੈਂਡ ਦੋਜ਼ ਟਰਾਊਟ। ਪਰ ਮੈਂ ਇਹਨਾਂ ਟਰਾਊਟ ਜਾਂ ਇਹਨਾਂ ਮੱਛੀਆਂ ਨੂੰ ਸਮਝ ਨਹੀਂ ਪਾ ਰਿਹਾ। ਬਟ ਆਈ ਸੈਡ, ਪਰ ਮੈਂ ਆਖਿਆ ਯੂ ਨੋ, ਤੁਸੀਂ ਜਾਣਦੇ ਹੋ, ਆਈ ਬਿਲੀਵ, ਮੇਰਾ ਵਿਸ਼ਵਾਸ ਹੈ, I down in my heart, right down in my heart, ਮੇਰੇ ਹਿਰਦੇ ਦੀ ਗਹਿਰਾਈ ਤੱਕ ਮੈਨੂੰ ਵਿਸ਼ਵਾਸ ਹੈ I can catch those. ਮੈਂ ਉਹਨਾਂ ਮੱਛੀਆਂ ਨੂੰ ਫੜ ਸਕਦਾ ਹਾਂ। So I picked up the string, ਤਾਂ ਮੈਂ ਕੁੰਡੀ। ਉਸ ਕੁੰਡੀ ਨੂੰ ਲਿਆ, but instead of being a string, ਪਰ ਉਹ ਇੱਕ ਕੁੰਡੀ ਹੋਣ ਦੇ ਬਜਾਏ it was a fishing pole. ਉਹ ਇੱਕ ਮੱਛੀ ਫੜਨ ਵਾਲੀ ਕੁੰਡੀ ਬਣ ਗਈ। But and just then, ਅਤੇ ਫਿਰ the one behind me said, ਉਹ ਜੋ ਮੇਰੇ ਪਿੱਛੇ ਖੜਾ ਸੀ ਉਹ ਬੋਲਿਆ, now I will teach you to fish, ਹੁਣ ਮੈਂ ਤੈਨੂੰ ਮੱਛੀ ਫੜਨਾ ਸਿਖਾਵਾਂਗਾ। how to catch those. And so he took, ਕਿ ਉਹਨਾਂ ਨੂੰ ਕਿਵੇਂ ਫੜਨਾ ਹੈ। ਇਸ ਲਈ ਉਸਨੇ ਲਿਆ and he said, ਅਤੇ ਆਖਿਆ, tie on the lure. ਕੁੰਡੀ, ਇਸ ਧਾਗੇ ਨੂੰ ਕੁੰਡੀ ਦੇ ਨਾਲ ਬੰਨ੍ਹਦੇ। ਇਸ ਧਾਗੇ ਨੂੰ ਲੈ ਅਤੇ ਉਸ ਕੁੰਡੀ ਨਾਲ ਬੰਨ੍ਹ ਦੇ। and I snapped the lure on, ਅਤੇ ਮੈਂ ਇਸੇ ਤਰ੍ਹਾਂ ਕਰ ਦਿੱਤਾ। and he said, ਅਤੇ ਉਸਨੇ ਆਖਿਆ, now throw way out. ਹੁਣ ਇਸ ਨੂੰ ਦੂਰ ਵੱਲ ਸੁੱਟ ਦੇ। now listen close. ਹੁਣ ਧਿਆਨ ਨਾਲ ਸੁਣੋ। ਹੁਣ ਤੁਸੀਂ ਕਹੋਗੇ ਕਿ ਭਾਈ ਬ੍ਰਾਨਮ ਪੁਲਪਿਟ ਤੇ ਆਏ ਨੇ, ਉਹ ਦਰਸ਼ਨ ਕਿਉਂ ਸੁਣਾਈ ਜਾ ਰਹੇ ਨੇ? ਸੁਪਨੇ ਤੇ ਕਿਸੇ ਨੂੰ ਵੀ ਆ ਸਕਦੇ ਆ। actually all these are related to you, church. ਅਸਲ ਵਿੱਚ ਇਹ ਸਭ ਤੁਹਾਡੇ ਨਾਲ ਸੰਬੰਧਿਤ ਹਨ ਕਲੀਸਿਆ। ਔਰ ਪੁਲਪਿਟ ਤੇ ਉਹ ਨਹੀਂ ਸੀ ਪ੍ਰਚਾਰ ਕਰ ਰਿਹਾ ਹੁੰਦਾ, ਨਾਲ ਦੂਤ ਖੜਾ ਹੁੰਦਾ ਸੀ ਜੋ ਬੁਲਵਾ ਰਿਹਾ ਹੁੰਦਾ ਸੀ, ਕਿਉਂਕਿ ਇਹ ਰਿਕਾਰਡ ਹੋ ਰਿਹਾ ਸੀ ਦੁਲਹਨ ਦੀ ਤਿਆਰੀ ਦੇ ਲਈ। ਪ੍ਰੇਜ਼ ਦ ਲਾਰਡ। ਨਾਓ ਥਰੋ ਵੇ ਆਊਟ। ਹੁਣ ਉਧਰ ਦੂਰ ਇਸ ਨੂੰ ਕੁੰਡੀ ਨੂੰ ਪਾ ਦੇ। ਨਾਓ ਲਿਸਨ ਕਲੋਜ਼। ਹੁਣ ਧਿਆਨ ਨਾਲ ਸੁਣੋ। ਵੇ ਆਊਟ ਇਨਟੂ ਦ ਡੀਪ। ਉਧਰ ਦੂਰ ਗਹਿਰਾਈ ਦੇ ਵਿੱਚ। ਐਂਡ ਹੀ ਸੈਡ, ਅਤੇ ਉਸਨੇ ਆਖਿਆ, ਵੈਨ ਯੂ ਡੂ, ਜਦੋਂ ਤੂੰ ਇਸ ਤਰ੍ਹਾਂ ਕਰੇ, ਨਾਓ ਲੈਟ ਦ ਲੂਰ ਸਿੰਕ ਡਾਊਨ ਫਸਟ। ਹੁਣ ਪਹਿਲਾਂ ਉਸ ਕੁੰਡੀ ਨੂੰ ਨੀਚੇ ਡੁੱਬ ਲੈਣ ਦੇ। ਜਦੋਂ ਤੂੰ ਕੁੰਡੀ ਪਾਵੇਂ ਤਾਂ ਕੁੰਡੀ ਨੂੰ, then said, ਫਿਰ ਆਖਿਆ, pull it slow. ਬੜਾ ਹੌਲੀ ਹੌਲੀ ਇਸ ਨੂੰ ਖਿੱਚ। Now ਹੁਣ that's really fisherman's technique. ਹੁਣ ਇਹ ਤਾਂ ਮਛਵਾਰਿਆਂ ਦੀ ਇੱਕ ਟੈਕਨੀਕ ਜਾਂ ਤਰੀਕਾ ਹੈ, ਉਹਨਾਂ ਦਾ ਤਰੀਕਾ, ਇੱਕ ਕਲਾ ਹੈ। ਮੱਛੀਆਂ ਫੜਨ ਦਾ ਇੱਕ ਤਰੀਕਾ ਕਿ ਉਹ ਰੱਸੀ ਨੂੰ ਵਿੱਚ ਸੁੱਟਦੇ ਆ, ਕੁੰਡੀ ਹੇਠਾਂ ਜਾਂਦੀ ਆ, ਫਿਰ ਮੱਛੀ ਉਸ ਕੁੰਡੀ ਨੂੰ ਮੂੰਹ 'ਚ ਪਾਉਂਦੀ ਆ ਤੇ ਉਹ ਹੌਲੀ ਹੌਲੀ ਉਸ ਕੁੰਡੀ ਨੂੰ
ਖਿੱਚ ਲੈਂਦੇ ਆ। He said, ਉਸਨੇ ਆਖਿਆ, then when you do, ਫੇਰ ਜਦ ਤੂੰ ਇਸ ਤਰ੍ਹਾਂ ਕਰੇ, now you will feel some nibbles at it, ਤਾਂ ਤੈਨੂੰ ਇਸ ਵਿੱਚ ਥੋੜਾ ਖਿਚਾਵ ਮਹਿਸੂਸ ਹੋਵੇਗਾ, but don't tell anybody what you are doing. ਪਰ ਕਿਸੇ ਨੂੰ ਨਾ ਦੱਸਣਾ ਕਿ ਤੂੰ ਕੀ ਕਰ ਰਿਹਾ ਹੈ। ਜਦੋਂ ਮੱਛੀ ਦਾ ਇੱਕ ਖਿਚਾਵ ਮਹਿਸੂਸ ਹੋਵੇ ਕਿ ਮੱਛੀ ਕੁੰਡੀ ਨੂੰ ਲੱਗ ਗਈ ਆ ਤੇ ਕਿਸੇ ਨੂੰ ਨਹੀਂ ਦੱਸਣਾ। Keep it to yourself. ਇਸ ਨੂੰ ਬਸ ਆਪਣੇ ਤੱਕ ਹੀ ਰੱਖੀ। And said, ਅਤੇ ਆਖਿਆ, then when you feel it nibble again, ਜਦੋਂ ਤੈਨੂੰ ਇਹ ਦੁਬਾਰਾ ਮਹਿਸੂਸ ਹੋਵੇ ਕਿ ਉਹ ਹਿੱਲ ਰਿਹਾ ਹੈ, said, ਆਖਿਆ, pull it just a little, ਇਸ ਨੂੰ ਬਸ ਥੋੜਾ ਜਿਹਾ ਖਿੱਚ ਲੈ, a little bit, ਬਸ ਥੋੜਾ ਜਿਹਾ, but not too hard. ਪਰ ਬਹੁਤ ਜ਼ਿਆਦਾ ਨਹੀਂ ਖਿੱਚਣਾ। ਜ਼ੋਰ ਲਾ ਕੇ ਨਹੀਂ ਖਿੱਚਣਾ। He said, ਉਸਨੇ ਆਖਿਆ, and then it will put it away from the little fish. ਫਿਰ ਇਹ ਉਹਨਾਂ ਛੋਟੀਆਂ ਮੱਛੀਆਂ ਤੋਂ ਦੂਰ ਹੋ ਜਾਵੇਗਾ। And when they scatter, ਤੇ ਜਦੋਂ ਉਹ ਖਿੰਡ ਜਾਂਦੀਆਂ ਹਨ, that will attract the attention of the big fish. ਫਿਰ ਇਹ ਵੱਡੀ ਮੱਛੀ ਨੂੰ ਆਪਣੇ ਵੱਲ ਖਿੱਚੇਗਾ। ਜਦੋਂ ਛੋਟੀਆਂ ਮੱਛੀਆਂ ਭੱਜ ਜਾਣਗੀਆਂ ਇੱਧਰ ਉੱਧਰ ਤੇ ਉਸ ਤੋਂ ਬਾਅਦ ਇਹ ਵੱਡੀ ਮੱਛੀ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ। That will attract the attention of the big fish. ਇਹ ਵੱਡੀ ਮੱਛੀ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ, And they will grab it. ਅਤੇ ਉਹ ਆ ਕੇ ਇਸ ਕੁੰਡੀ ਨੂੰ ਫੜ ਲੈਣਗੀਆਂ। And said, ਅਤੇ ਆਖਿਆ, that's the way you will catch it. ਇਹ ਹੈ ਉਹ ਤਰੀਕਾ ਜਿਸ ਨਾਲ ਤੂੰ ਇਸ ਨੂੰ ਫੜੇਗਾ। Said, ਆਖਿਆ, then when they bite, ਅਤੇ ਜਦੋਂ ਉਹ ਇਸ ਨੂੰ ਫੜ ਲੈਣ, on the third time, ਤੀਸਰੀ ਵਾਰ set your hook for the catch. ਫਿਰ ਇਸ ਕੁੰਡੀ ਨੂੰ ਖਿੱਚ ਲਵੀਂ। And I said, ਅਤੇ ਮੈਂ ਆਖਿਆ, I understand. ਮੈਂ ਸਮਝ ਗਿਆ। Said, ਅਤੇ ਆਖਣ ਲੱਗਾ, but keep still. ਪਰ ਠਹਿਰਾ ਰਹੀਂ, ਠਹਿਰਿਆ ਰਵੀਂ। Don't tell anybody. ਕਿਸੇ ਨੂੰ ਵੀ ਨਾ ਦੱਸੀ, ਸ਼ਾਂਤ ਰਵੀਂ, ਕਿਸੇ ਨੂੰ ਨਾ ਦੱਸੀ। Keep still. ਬਸ ਸ਼ਾਂਤ ਖੜਾ ਰਹੀਂ। I said, ਮੈਂ ਆਖਿਆ, all right. ਠੀਕ ਹੈ। And I had the lure in my hand. ਅਤੇ ਮੇਰੇ ਹੱਥ ਵਿੱਚ ਉਹ ਕੁੰਡੀ ਸੀ, And all these fishermen turned out to be ministers. ਅਤੇ ਇਹ ਸਭ ਮਛਵਾਰੇ ਜੋ ਮੇਰੇ ਦੁਆਲੇ ਸਨ, ਉਹ ਸੇਵਕ ਬਣ ਗਏ। ਦਰਸ਼ਨ ਦੇ ਵਿੱਚ ਇਹ ਸਾਰੇ ਕੀ ਬਣ ਗਏ? ਪਹਿਲਾਂ ਮੱਛੀਆਂ ਫੜਨ ਵਾਲੇ ਸਨ ਤੇ ਬਾਅਦ ਚ ਕੀ ਦਿਖਣ ਲੱਗ ਗਏ? ਸੇਵਕ। And they all come around saying, ਅਤੇ ਉਹ ਸਭ ਮੇਰੇ ਦੁਆਲੇ ਆਏ ਅਤੇ ਕਹਿਣ ਲੱਗੇ, Brother Branham, ਭਾਈ ਬ੍ਰਾਨਮ, I know you can catch fish. ਸਾਨੂੰ ਪਤਾ ਹੈ ਜੋ ਤੂੰ ਮੱਛੀ ਫੜ ਸਕਦਾ ਹੈ। Oh, of course. ਉਹ ਇਹ ਤਾਂ ਬੇਸ਼ੱਕ। That made me feel real good. ਇਸ ਨਾਲ ਮੈਨੂੰ ਬੜਾ ਵਧੀਆ ਮਹਿਸੂਸ ਹੋਇਆ। I said, ਮੈਂ ਆਖਿਆ, oh yes, I am a fisherman. ਜੀ ਮੈਂ ਇੱਕ ਮਛਵਾਰਾ ਹਾਂ, I can catch fish. ਮੈਂ ਮੱਛੀ ਫੜ ਸਕਦਾ ਹਾਂ। And he said, ਅਤੇ ਉਸਨੇ ਆਖਿਆ, I said, ਮੈਂ ਆਖਿਆ, now here is the way you do it. ਹੁਣ ਇਹ ਹੈ ਉਹ ਤਰੀਕਾ ਜਿਸ ਨਾਲ ਤੁਸੀਂ ਇਸ ਨੂੰ ਕਰਦੇ ਹੋ। And I said, ਅਤੇ ਮੈਂ ਆਖਿਆ, you throw it way out. ਤੁਸੀਂ ਇਸ ਨੂੰ ਦੂਰ ਸੁੱਟਦੇ ਹੋ। And I went way out ਅਤੇ ਮੈਂ ਬੜੀ ਦੂਰ ਕੁੰਡੀ ਪਾਈ into the deep water. ਉਹਨਾਂ ਗਹਿਰੇ ਪਾਣੀਆਂ ਦੇ ਵਿੱਚ। I said, ਮੈਂ ਆਖਿਆ, now those little fish are fine, ਹੁਣ ਉਹ ਛੋਟੀਆਂ ਮੱਛੀਆਂ ਠੀਕ ਹਨ brethren, ਭਾਈਓ, but we want the big one. ਪਰ ਸਾਨੂੰ ਤਾਂ ਉਹ ਵੱਡੀਆਂ ਚਾਹੀਦੀਆਂ ਹਨ। And I said, well, see, when it sink down, ਮੈਂ ਆਖਿਆ, ਠੀਕ ਹੈ, ਹੁਣ ਜਦੋਂ ਇਹ ਕੁੰਡੀ ਡੁੱਬ ਜਾਵੇ, now see, ਹੁਣ ਧਿਆਨ ਨਾਲ ਦੇਖੋ, there it is, ਇਹ ਉੱਥੇ ਹੈ just about where it should be. ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ। Now see, ਹੁਣ ਦੇਖੋ ਉੱਥੇ them is little fish. ਹੁਣ ਉੱਥੇ ਛੋਟੀਆਂ ਮੱਛੀਆਂ ਹਨ। I said, ਮੈਂ ਆਖਿਆ, now when it sets again, ਜਦੋਂ ਇਹ ਦੁਬਾਰਾ ਟਿਕ ਜਾਵੇ, ਇਸ ਤੋਂ ਪਹਿਲਾਂ ਕਿ ਮੈਂ ਅੱਗੇ ਪੜਾ ਮੈਂ ਪੁੱਛਦਾ ਲਵਾਂ ਕਿ ਨਾਲ ਹੋ ਮੇਰੇ, ਕਿਉਂਕਿ ਮੈਂ ਹੁਣ ਤੁਹਾਡੇ ਪਕਸ਼ ਵਿੱਚ ਕੁਝ ਲਿਆਉਣਾ ਚਾਹ ਰਿਹਾ ਹਾਂ। ਖੁਦਾਵੰਦ ਤੁਹਾਨੂੰ ਬਰਕਤ ਦੇਵੇ ਕਿ ਤੁਹਾਡੀ ਸਮਝ ਵਿੱਚ ਆਵੇ। ਹੁਣ ਤੱਕ ਮੈਂ ਕੀ ਪੜਿਆ, ਕੀ ਚੱਲ ਰਿਹਾ ਦਰਸ਼ਨ ਦੇ ਵਿੱਚ? ਭਾਈ ਬ੍ਰਾਨਮ ਦਰਸ਼ਨ ਚ ਕੀ ਕਰ ਰਹੇ ਆ? ਮੱਛੀ ਫੜ ਰਹੇ ਆ। ਅੰਡਰਸਟੈਂਡ? I give it great big jerk. ਮੈਂ ਇਸ ਨੂੰ ਬੜਾ ਤੇਜ਼ ਖਿੱਚਿਆ, ਇੱਕ ਜ਼ੋਰ ਦਾ ਝਟਕਾ ਮਾਰਿਆ। I gave it a great big jerk. ਮੈਂ ਇਸ ਨੂੰ ਜ਼ੋਰ ਨਾਲ ਝਟਕਾ ਮਾਰਿਆ।
And when I did, ਅਤੇ ਜਦੋਂ ਮੈਂ ਕੀਤਾ I pulled the whole lure out of the water. ਤਾਂ ਮੈਂ ਸਾਰੀ ਕੁੰਡੀ ਉਸ ਪਾਣੀ ਵਿੱਚੋਂ ਬਾਹਰ ਖਿੱਚ ਲਈ And when I did, ਅਤੇ ਜਦੋਂ ਮੈਂ ਕੀਤਾ I caught a fish. ਮੈਂ ਇੱਕ ਮੱਛੀ ਫੜ ਲਈ ਸੀ But ਪਰ I wondered how he ever got the lure in his mouth. ਪਰ ਮੈਂ ਸੋਚਣ ਲੱਗਾ ਕਿ ਕਿਵੇਂ ਇਹ ਕੁੰਡੀ ਉਸ ਦੇ ਮੂੰਹ ਵਿੱਚ ਚਲੇ ਗਈ ਕੁੰਡੀ ਸਾਰੀ ਦੀ ਸਾਰੀ ਮੱਛੀ ਦੇ ਮੂੰਹ ਵਿੱਚ ਚਲੀ ਗਈ. Cows ਕਿਉਂ ਜੋ looked like the skin just stretched over the lure. ਦੇਖਣ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕੁੰਡੀ ਉਸ ਦੇ ਸਰੀਰ ਉਸ ਦੇ ਮਾਂਸ ਵਿੱਚ ਵੜ ਗਈ ਹੈ About the same size of the lure. ਅਤੇ ਉਹ ਉਸ ਕੁੰਡੀ ਦੇ ਹੀ ਆਕਾਰ ਦੀ ਸੀ And I thought, ਅਤੇ ਮੈਂ ਸੋਚਿਆ oh my. ਓ ਮਾਏ And just then, ਅਤੇ ਫਿਰ this one who had been talking behind me ਉਹ ਜੋ ਮੇਰੇ ਪਿੱਛੇ ਖੜਾ ਮੇਰੇ ਨਾਲ ਗੱਲ ਕਰ ਰਿਹਾ ਸੀ stepped around in front of me. ਉਹ ਚੱਲ ਕੇ ਮੇਰੇ ਸਾਹਮਣੇ ਆ ਗਿਆ ਉਹ ਜੋ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਹੁਣ ਕਿੱਥੇ ਆ ਗਿਆ ਮੇਰੇ ਸਾਹਮਣੇ ਆ ਗਿਆ. The angel of the Lord. ਜੋ ਕਿ ਪ੍ਰਭੂ ਦਾ ਦੂਤ ਸੀ He had his hands folded. ਉਸਨੇ ਆਪਣੇ ਹੱਥ ਇਸ ਤਰ੍ਹਾਂ ਮੋੜੇ ਹੋਏ ਸਨ ਇਸ ਤਰ੍ਹਾਂ ਖੜਾ ਸੀ. He had his hands folded. ਉਸਨੇ ਆਪਣੇ ਹੱਥ ਮੋੜੇ ਹੋਏ ਸਨ He looked at me, ਅਤੇ ਉਸਨੇ ਮੇਰੇ ਵੱਲ ਵੇਖਿਆ said, ਅਤੇ ਆਖਿਆ just what I told you not to do. ਉਹੀ ਤੂੰ ਕੀਤਾ ਜੋ ਮੈਂ ਤੈਨੂੰ ਮਨਾ ਕੀਤਾ ਸੀ ਕਿ ਏਦਾਂ ਨਾ ਕਰੀ. I said, ਮੈਂ ਆਖਿਆ yes, that's right. ਹਾਂ ਇਹ ਸਹੀ ਹੈ And he said, ਉਸਨੇ ਆਖਿਆ you see, the first pull was when you used to put your hand on the people. ਤੂੰ ਵੇਖ ਕਿ ਪਹਿਲਾ ਖਿਚਾਵ ਉਹ ਸੀ ਜਦੋਂ ਤੂੰ ਆਪਣੇ ਹੱਥ ਲੋਕਾਂ ਦੇ ਉੱਪਰ ਰੱਖਦਾ ਸੀ ਇਹ ਕਿੱਥੇ ਚੱਲ ਰਿਹਾ ਗੱਲਬਾਤ ਦਰਸ਼ਨ ਦੇ ਵਿੱਚ. ਉਹਨੇ ਕਿਹਾ ਤੂੰ ਉਹੀ ਗਲਤੀ ਕੀਤੀ ਆ ਜਿਹਦੇ ਤੋਂ ਮੈਂ ਤੈਨੂੰ ਮਨਾ ਕੀਤਾ ਸੀ. ਜਦ ਤੂੰ ਲੋਕਾਂ ਤੇ ਹੱਥ ਰੱਖਦਾ ਸੀ ਤਾਂ ਇਹ ਤੇਰੀ ਸੇਵਕਾਈ ਦਾ ਪਹਿਲਾ ਖਿਚਾਵ ਸੀ. And tell them what was their trouble. ਅਤੇ ਉਹਨਾਂ ਨੂੰ ਦੱਸ ਦਿੰਦਾ ਸੀ ਕਿ ਉਹਨਾਂ ਨਾਲ ਕੀ ਗੜਬੜ ਹੈ. Said the second pull was when you would know the secret of their heart. ਅਤੇ ਆਖਿਆ ਕਿ ਦੂਸਰਾ ਖਿਚਾਵ ਉਹ ਸੀ ਜਦੋਂ ਤੂੰ ਲੋਕਾਂ ਦੇ ਹਿਰਦਿਆਂ ਦੇ ਗੁਪਤ ਭੇਦਾਂ ਨੂੰ ਦੱਸ ਦਿੰਦਾ ਸੀ. I told you. ਜਿਸ ਤਰ੍ਹਾਂ ਮੈਂ ਤੈਨੂੰ ਆਖਿਆ ਸੀ. And said, ਅਤੇ ਆਖਿਆ instead of you keeping that to yourself, you try to explain all about it to tell people. ਇਸ ਦੀ ਬਜਾਏ ਕਿ ਤੂੰ ਇਸ ਨੂੰ ਆਪਣੇ ਤੱਕ ਰੱਖਦਾ ਤੂੰ ਤਾਂ ਕੋਸ਼ਿਸ਼ ਕੀਤੀ ਕਿ ਇਸ ਨੂੰ ਸਾਰੇ ਲੋਕਾਂ ਨੂੰ ਇਸ ਦੀ ਵਿਆਖਿਆ ਕਰਕੇ ਦੱਸ ਦਵੇ. ਤੈਨੂੰ ਕਿਹਾ ਸੀਗਾ ਕਿ ਇਹ ਖਿਚਾਵ ਜਿਹੜੇ ਆਪਣੇ ਤੱਕ ਰੱਖਣੇ ਆ ਕਿਉਂਕਿ ਪਹਾੜ ਦੇ ਉੱਤੇ ਕਿਸੇ ਹੋਰ ਦਾ ਨਾਮ ਨਹੀਂ ਸੀ ਲਿਖਿਆ ਹੋਇਆ. ਕਿਹਦਾ ਨਾਮ ਲਿਖਿਆ ਸੀ? ਤੇ ਇਹ ਖਿਚਾਵ ਕਿਹਦੇ ਨਾਲ ਸੰਬੰਧ ਰੱਖਦੇ ਸਨ? ਪਰ ਇਹਨਾਂ ਖਿਚਾਵਾਂ ਦੀ ਨਕਲ ਹੋ ਗਈ. ਪਹਿਲੇ ਦੋ ਖਿਚਾਵਾਂ ਦੀ ਨਕਲ ਹੋ ਗਈ. ਬੜੇ ਪ੍ਰਚਾਰਕ ਉਸ ਸਮੇਂ ਭਾਈ ਬ੍ਰਾਨਮ ਨੂੰ ਦੇਖ ਕੇ ਉੱਠ ਖੜੇ ਹੋਏ. ਏ ਐਲਨ, ਟੀ.ਐਲ. ਔਸਬੋਰਨ ਅਤੇ ਕਈ ਹੋਰ ਅਨੇਕਾਂ ਜਿਹੜੇ ਭਾਈ ਬ੍ਰਾਨਮ ਦੀ ਨਕਲ ਕਰਨ ਲੱਗ ਗਏ ਅਤੇ ਉਵੇਂ ਹੀ ਚਮਤਕਾਰ ਕਰਨ ਲੱਗੇ. ਪਰ ਦੂਤ ਕਹਿੰਦਾ ਤੈਨੂੰ ਕਿਹਾ ਸੀ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ. ਹੁਣ ਪਤਾ ਲੱਗਾ ਕਿ ਜਿਹਦੀ ਸੇਵਕਾਈ ਆ ਉਹਨੂੰ ਹੀ ਕਰਨੀ ਪੈਂਦੀ ਆ. ਖੁਦਾ ਕਿਸੇ ਵੀ ਇੰਪਰਸੋਨੇਟਰ ਨੂੰ ਐਕਸੈਪਟ ਨਹੀਂ ਕਰਦਾ. ਇੰਪਰਸੋਨੇਟਰ ਹੁੰਦਾ ਹੈ ਸੇਵਕਾਈ ਦੀ ਨਕਲ ਕਰਨ ਵਾਲਾ. ਟਾਈਮ ਵੀ ਜ਼ਿਆਦਾ ਨਾ ਹੋ ਜਾਵੇ. ਦੂਤ ਨੇ ਕਿਹਾ ਕਿ ਤੈਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਨਾ ਦੱਸੀ, ਪਰ ਤੂੰ ਆਪਣੀ ਸੇਵਕਾਈ ਦੇ ਖਿਚਾਵ ਦੂਸਰਿਆਂ ਨੂੰ ਐਕਸਪਲੇਨ ਕਰ ਦਿੱਤੇ. ਐਂਡ ਵੈਨ ਯੂ ਡਿਡ, ਅਤੇ ਜਦੋਂ ਤੂੰ ਇਸ ਤਰ੍ਹਾਂ ਕੀਤਾ you didn't know nothing about it. ਤੈਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ. And how could you explain it? ਅਤੇ ਫਿਰ ਤੂੰ ਇਸ ਦੀ ਵਿਆਖਿਆ ਕਿਵੇਂ ਕਰਦਾ? And you have caused a big bunch of carnal impersonation to rise up. ਅਤੇ ਤੇਰੇ ਇਵੇਂ ਕਰਨ ਦੇ ਨਾਲ ਤੇਰੀ ਇਸ ਗਲਤੀ ਦੇ ਕਾਰਨ
ਸਰੀਰਕ ਨਕਲ ਕਰਨ ਵਾਲਿਆਂ ਦਾ ਝੁੰਡ ਖੜਾ ਹੋ ਗਿਆ ਹੈ। ਦੂਤ ਇਹ ਕਹਿ ਰਿਹਾ ਕਿ ਤੇਰੀ ਗਲਤੀ ਕਰਕੇ ਕੀ ਹੋਇਆ ਆ, ਨਕਲ ਕਰਨ ਵਾਲਿਆਂ ਦਾ ਝੁੰਡ ਖੜਾ ਹੋ ਗਿਆ ਆ। ਤੂੰ ਗਲਤੀ ਕੀਤੀ ਹੈ, ਲੋਕਾਂ ਨੂੰ ਆਪਣਾ ਖਿਚਾਵ ਐਕਸਪਲੇਨ ਕਰਕੇ, ਆਪਣੀ ਸੇਵਕਾਈ ਦਾ ਹਿੱਸਾ ਐਕਸਪਲੇਨ ਕਰਕੇ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ। ਐਂਡ ਯੂ ਸੀ ਵਾਟ ਯੂ ਹੈਵ ਡਨ। ਅਤੇ ਤੂੰ ਵੇਖ ਕੇ ਤੂੰ ਕੀ ਕੀਤਾ ਹੈ। What brother Branham is saying? ਫਿਰ ਭਾਈ ਬ੍ਰਾਨਮ ਕੀ ਕਹਿੰਦੇ ਹਨ? I said, ਮੈਂ ਆਖਿਆ, Lord, I am sorry. ਪ੍ਰਭੂ ਮੈਂ ਗਲਤੀ ਮੰਨਦਾ ਹਾਂ। And I said, ਅਤੇ ਮੈਂ ਆਖਿਆ, oh, I am sorry. ਮੈਂ ਗਲਤੀ ਮੰਨਦਾ ਹਾਂ। I don't know what to do. ਮੈਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ। And I was pulling the line ਅਤੇ ਮੈਂ ਉਸ ਲਾਈਨ ਨੂੰ ਖਿੱਚ ਰਿਹਾ ਸੀ like this. ਇਸ ਤਰ੍ਹਾਂ। I was trying to straighten my line out. ਅਤੇ ਮੈਂ ਉਸ ਨੂੰ ਸਿੱਧਾ ਕਰਨ ਦਾ ਯਤਨ ਕਰ ਰਿਹਾ ਸੀ। And he looked at me. ਅਤੇ ਉਸਨੇ ਮੇਰੇ ਵੱਲ ਵੇਖਿਆ। Who? ਕਿਸਨੇ? Who? ਕਿਸਨੇ? Who looked at me? ਕਿਸਨੇ ਮੇਰੇ ਵੱਲ ਵੇਖਿਆ? Again, you can read. He is in capital. I Yes. think you are not showing here. He looked at me. Who? The angel of the Lord. ਖੁਦਾ ਦੇ ਉਸ ਦੂਤ ਨੇ, He looked at me. ਉਸ ਦੂਤ ਨੇ ਮੇਰੇ ਵੱਲ ਵੇਖਿਆ। Now don't get your line tangled up. ਹੁਣ ਆਪਣੀ ਇਸ Mix ਨਾ ਕਰ ਦਵੀਂ ਕਿਸੇ ਨਾਲ। ਹਾਂ, mix ਨਾ ਕਰ ਦਵੀਂ ਕਿਸੇ ਨਾਲ। ਹੁਣ ਆਪਣੀ ਇਸ ਲਾਈਨ ਨੂੰ ਕਿਸੇ ਨਾਲ ਮਿਕਸ ਨਾ ਕਰ ਦਵੀਂ। In these kind of times, ਇਨ੍ਹਾਂ ਸਮਿਆਂ ਦੇ ਦੌਰਾਨ I thought ਮੈਂ ਸੋਚਿਆ maybe he is going to give me another try. ਹੋ ਸਕਦਾ ਹੈ ਕਿ ਹੁਣ ਉਹ ਮੈਨੂੰ ਇੱਕ ਹੋਰ ਮੌਕਾ ਦੇਣ ਵਾਲਾ ਹੈ। And I said, ਅਤੇ ਮੈਂ ਆਖਿਆ, I'll sure be careful. ਠੀਕ ਹੈ, ਇਸ ਵਾਰ ਮੈਂ ਧਿਆਨ ਰੱਖਾਂਗਾ। And was winding my line in. ਅਤੇ ਹੁਣ ਮੈਂ ਅੱਗੇ ਵਧ ਰਿਹਾ ਸੀ। Seeing it taken up all right. ਲੱਗਾ ਕਿ ਇਹ ਠੀਕ ਠਾਕ ਸਭ ਹੋ ਗਿਆ। And then when he said that, ਅਤੇ ਜਦੋਂ ਫਿਰ ਉਸਨੇ ਇਹ ਆਖਿਆ, just then I felt myself go higher. ਤਦੇ ਮੈਂ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਮੈਂ ਹੋਰ ਵੀ ਉੱਚਾ ਜਾ ਰਿਹਾ ਹਾਂ। Way up. ਕਾਫੀ ਉੱਚਾ। And when I was set down, ਅਤੇ ਜਦੋਂ ਮੈਂ ਰੁਕਿਆ then I was beneath. ਤਾਂ ਮੈਂ ਵੇਖਿਆ ਕਿ ਮੈਂ ਤਾਂ ਨੀਚੇ ਹਾਂ। And standing up above, ਅਤੇ ਉੱਪਰ ਉੱਪਰ ਵੀ ਖੜਾ ਹਾਂ। ਜਦੋਂ ਮੈਂ ਥੋੜਾ ਜਿਹਾ ਹੋਰ ਚਾਹਿਆ, ਮੈਂ ਦੇਖਿਆ ਮੈਂ ਨੀਚੇ ਹਾਂ, ਪਰ ਮੈਂ and standing up above, ਅਤੇ ਉੱਪਰ ਵੀ ਖੜਾ ਹਾਂ। a great tent. ਅਤੇ ਉੱਤੇ ਇੱਕ ਵੱਡਾ ਵਿਸ਼ਾਲ ਟੈਂਟ ਲੱਗਾ ਹੋਇਆ ਸੀ। I never seen such tent. ਅਤੇ ਮੈਂ ਇਸ ਤਰ੍ਹਾਂ ਦਾ ਤੰਬੂ ਕਦੇ ਨਾ ਦੇਖਿਆ ਸੀ। It was big tent, ਇੱਕ ਵੱਡਾ ਤੰਬੂ ਸੀ। a large tent, ਇੱਕ ਵਿਸ਼ਾਲ ਤੰਬੂ। a huge tent. ਇੱਕ ਬਹੁਤ ਵੱਡਾ ਤੰਬੂ। And I had just made an altar call. ਅਤੇ ਫਿਰ ਮੈਂ ਉਸ ਦੇ ਵਿੱਚ ਮੈਂ ਜਗਵੇਦੀ ਤੇ ਬੁਲਾਹਟ ਦੇ ਰਿਹਾ ਸੀ। ਅਤੇ ਫਿਰ ਮੈਂ ਜਗਵੇਦੀ ਦੇ ਲਈ ਬੁਲਾਇਆ। Seeming like down at the altar, ਦੇਖਣ ਨੂੰ ਲੱਗ ਰਿਹਾ ਸੀ ਕਿ ਉੱਥੇ ਨੀਚੇ ਜਗਵੇਦੀ ਦੇ ਵੱਲ where Brother Branham is standing ਭਾਈ ਬ੍ਰਾਨਮ ਕਿੱਥੇ ਖੜੇ ਹਨ? in the tent. ਉਸ ਤੰਬੂ ਦੇ ਵਿੱਚ। And what he's doing? ਅਤੇ ਉਹ ਕੀ ਕਰ ਰਹੇ ਹਨ? He's calling the people on the altar. ਉਹ ਲੋਕਾਂ ਨੂੰ ਜਗਵੇਦੀ ਤੇ ਬੁਲਾ ਰਹੇ ਹਨ। I looked, ਮੈਂ ਵੇਖਿਆ and there was hundreds of people standing around the altar. ਅਤੇ ਕਿੰਨੇ 100 ਲੋਕ ਉਸ ਜਗਵੇਦੀ ਦੇ ਦੁਆਲੇ ਖੜੇ ਸਨ। ਸੈਂਕੜੇ ਲੋਕ ਉਸ ਜਗਵੇਦੀ ਦੇ ਦੁਆਲੇ ਖੜੇ ਸਨ, weeping, ਰੋ ਰਹੇ ਸਨ। because they had accepted the Lord Jesus. ਕਿਉਂ ਜੋ ਉਹਨਾਂ ਨੇ ਪ੍ਰਭੂ ਯੀਸ਼ੂ ਨੂੰ ਗ੍ਰਹਿਣ ਕਰ ਲਿਆ ਸੀ। And they were just weeping out loud. ਅਤੇ ਉਹ ਉੱਚੀ ਉੱਚੀ ਰੋ ਰਹੇ ਸਨ। And I said, ਅਤੇ ਮੈਂ ਆਖਿਆ, oh, that's more like it. ਉਹ ਇਹ ਤਾਂ ਠੀਕ ਉਸੇ ਤਰ੍ਹਾਂ ਹੈ। And a real kind gentleman walked out to the platform. ਅਤੇ ਇੱਕ ਬੜਾ ਹੀ ਦਿਆਲੂ ਵਿਅਕਤੀ, ਇੱਕ ਬੜਾ ਹੀ ਦਿਆਲੂ ਵਿਅਕਤੀ ਚੱਲ ਕੇ ਮੇਰੇ ਵੱਲ ਮੰਚ ਤੇ ਆਇਆ। said,
ਅਤੇ ਆਖਿਆ while Brother Branham is resting just a few moments, ਹੁਣ ਜਦੋਂ ਭਾਈ ਬ੍ਰਾਨਮ ਕੁਝ ਸਮੇਂ ਤੱਕ ਵਿਸ਼ਰਾਮ ਕਰ ਰਹੇ ਹਨ he said, ਉਸਨੇ ਆਖਿਆ we will call the prayer line, ਅਸੀਂ ਪ੍ਰਾਰਥਨਾ ਦੀ ਲਾਈਨ ਨੂੰ ਬੁਲਾਉਂਦੇ ਹਾਂ and said, ਅਤੇ ਆਖਿਆ everyone with prayer card beginning with certain number stand over on the right. ਹਰ ਕੋਈ ਜਿਸ ਦੇ ਕੋਲ ਪ੍ਰਾਰਥਨਾ ਦੇ ਲਈ ਦਿੱਤਾ ਇੱਕ ਕਾਰਡ ਹੈ ਉਹ ਸ਼ੁਰੂਆਤ ਤੋਂ ਇੱਕ ਖਾਸ ਨੰਬਰ ਜਿੱਥੋਂ ਬੁਲਾਇਆ ਜਾਵੇਗਾ ਉਹ ਆ ਕੇ ਉੱਥੇ ਖੜੇ ਹੋ ਜਾਣ Well, ਠੀਕ ਹੈ I noticed the prayer line. ਮੈਂ ਵੇਖਿਆ ਕਿ ਉੱਥੇ ਪ੍ਰਾਰਥਨਾ ਪੰਕਤੀ ਲੱਗੀ ਹੋਈ ਮੈਂ ਹੈ ਪ੍ਰਾਰਥਨਾ ਵਾਲੀ ਲਾਈਨ ਤੇ ਧਿਆਨ ਦਿੱਤਾ. I noticed the prayer line. ਮੈਂ ਪ੍ਰਾਰਥਨਾ ਦੀ ਲਾਈਨ ਤੇ ਧਿਆਨ ਦਿੱਤਾ Seemed like it went all around the tent ਵੇਖਣ ਨੂੰ ਲੱਗ ਰਿਹਾ ਸੀ ਕਿ ਪੂਰੇ ਤੰਬੂ ਦੇ ਦਿਵਾਲੇ ਤੱਕ ਇਹ ਜਾਂਦੀ ਹੈ and out and down the street. ਅਤੇ ਤੰਬੂ ਤੋਂ ਵੀ ਬਾਹਰ ਨਿਕਲ ਕੇ ਉਹਨਾਂ ਸੜਕਾਂ ਤੱਕ ਪਹੁੰਚਦੀ ਹੈ Such a prayer line. ਇੱਕ ਐਸੀ ਪ੍ਰਾਰਥਨਾ ਪੰਕਤੀ And I looked over, ਅਤੇ ਮੈਂ ਉੱਪਰ ਵੇਖਿਆ which was then to my left, ਜੋ ਕਿ ਮੇਰੇ ਖੱਬੇ ਪਾਸੇ ਵੱਲ ਸੀ and that would be to my right. ਅਤੇ ਮੇਰੇ ਸੱਜੇ ਪਾਸੇ ਵੱਲ ਵੀ ਸੀ If I was standing on the platform, ਅਤੇ ਜੇਕਰ ਮੈਂ ਉਸ ਮੰਚ ਤੇ ਖੜਾ ਸੀ I would be that way. ਮੈਂ ਇੱਧਰ ਪਾਸੇ ਹੋਵਾਂਗਾ There's a piece of canvas stretched there. Canvas, ਕੁਝ ਸੂਚੀ ਕੰਮ ਕਰਨ ਦੀ ਸੂਚੀ ਸੀਗੀ ਜਾਂ ਕੁਛ ਏਦਾਂ ਸੀ. And in behind this canvas was little square building. ਅਤੇ ਇਸ ਕੈਨਵਸ ਦੇ ਪਿੱਛੇ ਇੱਕ ਚੌਰਸ ਇਮਾਰਤ ਸੀ About 12 foot across and 20 foot long. ਲਗਭਗ 12 ਫੁੱਟ ਚੌੜੀ ਅਤੇ 20 ਫੁੱਟ ਉੱਚੀ Something like that. ਇਸ ਤਰ੍ਹਾਂ Well, I stood and looked at that. ਤਾਂ ਮੈਂ ਉੱਥੇ ਖੜਾ ਉਸ ਵੱਲ ਵੇਖ ਰਿਹਾ ਸੀ And I seen them bringing a lady up ਤਾਂ ਮੈਂ ਵੇਖਿਆ ਕਿ ਉਹ ਇੱਕ ਔਰਤ ਨੂੰ ਲਿਆ ਰਹੇ ਹਨ on the stretcher. ਇੱਕ ਸਟ੍ਰੈਚਰ ਉੱਤੇ ਪਾ ਕੇ And there was a lady there taking her name and things ਅਤੇ ਉੱਥੇ ਇੱਕ ਹੋਰ ਔਰਤ ਖੜੀ ਸੀ ਜੋ ਉਸ ਦਾ ਨਾਮ ਲੈ ਰਹੀ ਸੀ with on a paper. ਅਤੇ ਇੱਕ ਕਾਗਜ਼ ਤੇ ਲਿਖਿਆ ਹੋਇਆ And ਸੀ so there someone come and got her ਅਤੇ ਫਿਰ ਉੱਥੇ ਕੋਈ ਆਇਆ ਜਿਸ ਨੇ ਉਸ ਨੂੰ ਲਿਆ and pushed her through. ਅਤੇ ਉਸ ਭੀੜ ਦੇ ਵਿੱਚੋਂ ਖਿੱਚ ਕੇ ਉਸ ਨੂੰ ਲੈ ਆਇਆ And the next man come through ਫਿਰ ਦੂਸਰਾ ਵਿਅਕਤੀ ਆਇਆ was with crutches. ਜੋ ਕਿ ਕਰਚਸ ਦੇ ਨਾਲ ਸੀ ਉਹ ਫੌੜੀਆਂ ਦੇ ਨਾਲ. I see them go through that little building. ਮੈਂ ਵੇਖ ਰਿਹਾ ਸੀ ਕਿ ਉਸ ਛੋਟੀ ਇਮਾਰਤ ਵਿੱਚੋਂ ਭਾਈ ਨਿਕਲੇ ਬ੍ਰਾਨਮ ਦਰਸ਼ਨ ਚ ਤੰਬੂ ਦੇਖ ਰਹੇ ਆ ਪਰ ਨਾਲ ਦੇ ਨਾਲ ਉਹ ਇੱਕ ਛੋਟੀ ਇਮਾਰਤ ਵੀ ਦੇਖ ਰਹੇ ਹਨ. And on the outside the lady come out ਅਤੇ ਉਸ ਬਾਹਰ ਵਾਲੇ ਪਾਸਿਓਂ ਇੱਕ ਔਰਤ ਬਾਹਰ ਆਈ screaming to the top of her voice, ਅਤੇ ਜਿੰਨਾ ਉੱਚੀ ਉਹ ਚਿਲਾ ਸਕਦੀ ਸੀ ਉਹ ਚਿਲਾ ਰਹੀ ਸੀ pushing this stretcher. ਅਤੇ ਇਸ ਸਟ੍ਰੈਚਰ ਨੂੰ ਧੱਕ ਕੇ ਲੈ ਆ ਰਹੀ ਸੀ And then there was another lady on the other side, ਅਤੇ ਫਿਰ ਦੂਸਰੇ ਪਾਸੇ ਇੱਕ ਹੋਰ ਔਰਤ ਖੜੀ ਸੀ looked like kind of dark haired woman. ਜੋ ਕਿ ਕਾਲੇ ਵਾਲਾਂ ਵਾਲੀ ਔਰਤ ਸੀ And she said, ਅਤੇ ਉਸਨੇ ਆਖਿਆ what happened? ਕੀ ਹੋਇਆ She said, ਉਸਨੇ ਆਖਿਆ I just don't know. ਮੈਨੂੰ ਨਹੀਂ ਪਤਾ She said, ਉਸਨੇ ਕਿਹਾ I couldn't tell you what happened. ਮੈਂ ਤੈਨੂੰ ਨਹੀਂ ਦੱਸ ਸਕਦੀ ਕਿ ਕੀ ਹੋਇਆ ਹੈ She said, ਉਸਨੇ ਆਖਿਆ I have been paralyzed for 20 years. ਮੈਂ 20 ਸਾਲਾਂ ਤੋਂ ਅਧਰੰਗ ਪਾਇਆ ਹੋਇਆ ਹੈ And Luki, ਅਤੇ ਵੇਖੋ I feel like I never was sick. ਹੁਣ ਵੇਖੋ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਮੈਂ ਕਦੇ ਬਿਮਾਰ ਹੀ ਨਹੀਂ ਸੀ Where it is happening? ਇਹ ਕਿੱਥੇ ਹੋ ਰਿਹਾ ਹੈ In the tent vision. ਉਸ ਤੰਬੂ ਦੇ ਦਰਸ਼ਨ ਵਿੱਚ And in the tent, ਅਤੇ ਉਸ ਤੰਬੂ ਦੇ ਵਿੱਚ there is another building, a small building. ਇੱਕ ਹੋਰ ਛੋਟੀ ਇਮਾਰਤ ਹੈ And in that building, ਅਤੇ ਉਸ ਇਮਾਰਤ ਦੇ there is a ਵਿੱਚ prayer line. ਇੱਕ ਪ੍ਰਾਰਥਨਾ ਦੀ ਲਾਈਨ And ਲੱਗੀ in ਹੈ that prayer line, ਅਤੇ ਉਸ ਲਾਈਨ ਦੇ there is ਵਿੱਚ a lady ਇੱਕ ਔਰਤ who ਖੜੀ was ਹੈ paralyzed for 20 years. ਜੋ 20 ਸਾਲਾਂ ਤੋਂ ਅਧਰੰਗੀ ਸੀ But when she entered
ਪਰ ਜਦੋਂ ਉਹ ਤੰਬੂ ਦੇ ਵਿੱਚ ਆਈ she said, ਉਸਨੇ ਆਖਿਆ I am healed. ਮੈਂ ਠੀਕ ਹੋ ਚੁੱਕੀ ਹਾਂ I feel that I never was sick. ਮੈਨੂੰ ਲੱਗਦਾ ਮੈਂ ਕਦੇ ਬਿਮਾਰ ਹੀ ਨਹੀਂ ਹੋਈ In that dream, ਅਤੇ ਉਸ ਸੁਪਨੇ ਦੇ ਵਿੱਚ in that vision, ਉਸ ਦਰਸ਼ਨ ਦੇ there ਵਿੱਚ is a building. ਇੱਕ ਇਮਾਰਤ ਹੈ What is that building? ਉਹ ਇਮਾਰਤ ਕੀ ਹੈ That is the bride of Christ. ਉਹ ਮਸੀਹ ਦੀ ਦੁਲਹਨ And ਹੈ in the bride of Christ, ਅਤੇ ਮਸੀਹ ਦੀ ਦੁਲਹਨ ਦੇ ਵਿੱਚ there are a healing gift. ਉੱਥੇ ਚੰਗਾਈ ਦਾ ਇੱਕ ਵਰਦਾਨ ਹੈ You know why? ਤੁਸੀਂ ਜਾਣਦੇ ਹੋ ਕਿਉਂ Now let me read forth. ਹੁਣ ਮੈਂ ਅੱਗੇ ਪੜਦਾ ਹਾਂ And just then, ਅਤੇ ਫੇਰ ਤਦ out come the man, ਇੱਕ ਮਨੁੱਖ ਬਾਹਰ ਆਇਆ leaping and jumping. ਉਛਲਦਾ ਤੇ ਟੱਪਦਾ ਹੋਇਆ. ਉਛਲਦਾ ਟੱਪਦਾ ਹੋਇਆ With his crutches in his hand. ਅਤੇ ਉਸਦੇ ਹੱਥਾਂ ਵਿੱਚ ਉਸਦੇ ਉਹ ਫੌੜੇ ਫੜੇ ਹੋਏ ਸਨ ਫੌੜੀਆਂ ਫੜੀਆਂ ਹੋਈਆਂ ਪਰ ਉਹ ਆ ਕਿਵੇਂ ਰਿਹਾ ਆ? ਟੱਪਦਾ ਹੋਇਆ. I looked at that. ਮੈਂ ਉਸ ਵੱਲ ਵੇਖਿਆ And just then, ਅਤੇ ਤਦ now, ਹੁਣ here is something. ਹੁਣ ਇੱਥੇ ਕੁਝ ਹੈ Notice close. ਧਿਆਨ ਦਿਓ There's a difference between the angel of the Lord and the light. ਹੁਣ ਖੁਦਾ ਦੇ ਉਸ ਦੂਤ ਅਤੇ ਉਸ ਰੋਸ਼ਨੀ ਦੇ ਵਿੱਚ ਇੱਕ ਫਰਕ ਹੈ. ਫਰਕ ਹੈ ਧਿਆਨ ਦਿਓ ਹੁਣ. ਭਾਈ ਬ੍ਰਾਨਮ ਕਹਿੰਦੇ look close. ਧਿਆਨ ਨਾਲ ਸੁਣੋ Angel of the Lord and the light is different. ਪ੍ਰਭੂ ਦਾ ਦੂਤ ਅਤੇ ਉਹ ਰੋਸ਼ਨੀ ਫਰਕ ਹੈ Because I heard something moving. ਕਿਉਂ ਜੋ ਮੈਂ ਕਿਸੇ ਚੀਜ਼ ਨੂੰ ਹਿੱਲਦੇ ਹੋਏ ਸੁਣਿਆ As it does when it comes here at the platform at night. ਅਤੇ ਮੈਂ ਇੱਕ ਚੀਜ਼ ਨੂੰ ਹਿੱਲਦੇ ਹੋਏ ਸੁਣਿਆ ਜਿਸ ਤਰ੍ਹਾਂ ਉਹ ਕਰਦੀ ਹੈ ਜਦੋਂ ਉਹ ਮੰਚ ਉੱਤੇ ਆਉਂਦੀ ਹੈ ਰਾਤ ਨੂੰ Kind of like view. ਅਤੇ ਐਸੀ ਆਵਾਜ਼ ਕੱਢ ਰਿਹਾ ਸੀ ਵਿਊ And like a fire whipping around. ਅਤੇ ਇੱਕ ਅੱਗ ਦੀ ਤਰ੍ਹਾਂ ਦੁਆਲੇ ਘੁੰਮ ਰਿਹਾ ਹੈ Licking blaze. ਇੱਕ ਚੱਟ ਕਰ ਜਾਣ ਵਾਲੀ ਅੱਗ ਦੀ ਤਰ੍ਹਾਂ And it left me. ਅਤੇ ਉਸਨੇ ਮੈਨੂੰ ਛੱਡ ਦਿੱਤਾ It left me. ਇਸਨੇ ਮੈਨੂੰ ਛੱਡ ਦਿੱਤਾ ਮੇਰੇ ਖੱਬੇ ਪਾਸੇ ਮੇਰੇ ਤੋਂ ਤੇ ਚਲਿਆ ਗਿਆ. And it went right down over the top of that audience. ਇਸਨੇ ਮੈਨੂੰ ਛੱਡਿਆ ਅਤੇ ਮੇਰੇ ਸਾਹਮਣੇ ਉਹਨਾਂ ਲੋਕਾਂ ਉੱਤੇ ਚਲਾ ਗਿਆ ਜੋ ਉੱਥੇ ਮੌਜੂਦ ਸਨ The light which was with Brother Branham, ਉਹ ਰੋਸ਼ਨੀ ਜੋ ਕਿ ਭਾਈ ਬ੍ਰਾਨਮ ਦੇ ਨਾਲ ਸੀ which was moving around him. ਜੋ ਕਿ ਉਸਦੇ ਦੁਆਲੇ ਘੁੰਮ ਰਹੀ ਸੀ Brother Branham said in the tent vision, ਭਾਈ ਬ੍ਰਾਨਮ ਨੇ ਆਖਿਆ ਇਸ ਤੰਬੂ ਦੇ ਦਰਸ਼ਨ ਵਿੱਚ it left me ਇਸਨੇ ਮੈਨੂੰ ਛੱਡਿਆ and it went over the top of the audience. ਅਤੇ ਆਡੀਅנס ਦੇ ਉੱਪਰ ਚਲੀ ਗਈ Who was that audience? ਉਹ ਆਡੀਅנס ਕੌਣ ਹੈ The believer of the bride. ਦੁਲਹਨ ਉਹ ਵਿਸ਼ਵਾਸੀ The believer of that message ਇਸ ਸੰਦੇਸ਼ ਦੇ ਵਿਸ਼ਵਾਸੀ which were seen in that vision. ਜੋ ਕਿ ਇਸ ਦਰਸ਼ਨ ਵਿੱਚ ਵੇਖਿਆ ਗਿਆ ਸੀ I think you are the part of that vision. ਮੇਰਾ ਵਿਸ਼ਵਾਸ ਹੈ ਕਿ ਤੁਸੀਂ ਉਸ ਦਰਸ਼ਨ ਦਾ ਹਿੱਸਾ ਹੋ And I believe personally ਅਤੇ ਮੈਨੂੰ ਵਿਅਕਤੀਗਤ ਤੌਰ ਤੇ with the revelation, ਯਕੀਨ ਹੈ ਪ੍ਰਕਾਸ਼ਨ ਦੇ ਨਾਲ the light which was with the angel of the Lord, ਉਹ ਰੋਸ਼ਨੀ ਜੋ ਕਿ ਖੁਦਾ ਦੇ ਉਸ ਦੂਤ ਨਾਲ ਸੀ now it's on the audience. ਹੁਣ ਉਹ ਇਸ ਆਡੀਅנס ਦੇ ਉੱਪਰ ਹੈ Because the third pulse are the gifts with Brother Branham. ਉਹ ਤੀਸਰਾ ਖਿਚਾਵ ਉਹ ਤਿੰਨ ਖਿਚਾਵ ਭਾਈ ਬ੍ਰਾਨਮ ਦੇ ਕੋਲ ਇੱਕ ਵਰਦਾਨ ਹਨ And it's not limited with Brother Branham. ਅਤੇ ਇਹ ਭਾਈ ਬ੍ਰਾਨਮ ਤੱਕ ਹੀ ਸੀਮਤ ਨਹੀਂ Now ਹਨ it's with the bride. ਹੁਣ ਇਹ ਦੁਲਹਨ ਦੇ ਨਾਲ ਹਨ You understand? ਤੁਸੀਂ ਸਮਝ ਰਹੇ ਹੋ ਇਸ ਨੂੰ Now the three pulls are not just a plain ground. ਹੁਣ ਇਹ ਤਿੰਨ ਖਿਚਾਵ ਸਿਰਫ ਇੱਕ ਪੱਧਰ ਭੂਮੀ ਨਹੀਂ ਹੈ It's not a meadow. ਇਹ ਇੱਕ ਖੇਤ ਨਹੀਂ ਹੈ It's a mountain. ਇਹ ਪਹਾੜ ਹੈ It's a mountain. ਇਹ ਪਹਾੜ ਦੀ ਤਰ੍ਹਾਂ ਹੈ Understand? ਕੀ ਸਮਝ ਰਹੇ ਹੋ What Danny Henry said? ਡੈਨੀ ਹੈਨਰੀ ਨੇ ਕੀ ਆਖਿਆ It's ਸੀ a harder way. ਇਹ ਔਖਾ ਰਸਤਾ It's a ਹੈ mountain. ਇਹ
ਪਹਾੜ ਹੈ and your name is written. ਅਤੇ ਤੇਰਾ ਨਾਮ ਇਸ ਦੇ ਉੱਪਰ ਲਿਖਿਆ ਹੋਇਆ ਹੈ। That means ਇਸ ਦਾ ਮਤਲਬ ਹੈ on this way ਇਸ ਰਸਤੇ ਦੇ ਵਿੱਚ you have to walk alone only. ਤੈਨੂੰ ਇਕੱਲਿਆਂ ਹੀ ਚੱਲਣਾ ਪਵੇਗਾ। You understand that? ਤੁਸੀਂ ਸਮਝੇ ਇਸ ਨੂੰ? It's a harder way ਇਹ ਔਖਾ ਰਸਤਾ ਹੈ and you have to walk alone. ਅਤੇ ਤੈਨੂੰ ਇਕੱਲਿਆਂ ਚੱਲਣਾ ਪਵੇਗਾ। Don't try to make a company. ਇਸ ਕਰਕੇ ਇੱਕ ਕੰਪਨੀ ਬਣਾਉਣ ਦਾ ਯਤਨ ਨਾ Don't try ਕਰੀ to make a bunch. ਅਤੇ ਇੱਕ ਝੁੰਡ ਬਣਾਉਣ ਦਾ ਯਤਨ You ਨਾ have ਕਰੀ। to walk alone on this way. ਤੈਨੂੰ ਇਸ ਰਸਤੇ ਤੇ ਇਕੱਲਿਆਂ ਚੱਲਣਾ ਪਵੇਗਾ। But with the divine love, ਪਰ ਰੱਬੀ ਪਿਆਰ ਦੇ you ਨਾਲ will have a great victory. ਤੈਨੂੰ ਇੱਕ ਮਹਾਨ ਜਿੱਤ ਮਿਲੇਗੀ। Now I want to preach to you. ਹੁਣ ਮੈਂ ਤੁਹਾਡੇ ਅੱਗੇ ਪ੍ਰਚਾਰ ਕਰਨਾ ਚਾਹੁੰਦਾ The ਹਾਂ। angel which was giving the 3 pulls to the Branham ministry, ਉਹ ਖੁਦਾ ਦਾ ਦੂਤ ਜੋ ਭਾਈ ਬ੍ਰਾਨਮ ਦੀ ਸੇਵਕਾਈ ਨੂੰ ਉਹ 3 ਖਿਚਾਵ ਦੇ ਰਿਹਾ ਸੀ। in the tent vision, ਉਸ ਤੰਬੂ ਵਾਲੇ ਦਰਸ਼ਨ the ਵਿੱਚ same light ਉਹੀ ਰੋਸ਼ਨੀ is coming to you now. ਉਹ ਹੁਣ ਤੁਹਾਡੇ ਕੋਲ ਆ ਰਹੀ ਹੈ। It has come to you. ਇਹ ਤੁਹਾਡੇ ਕੋਲ ਆਈ ਹੈ। What that mean? ਇਸ ਦਾ ਕੀ ਮਤਲਬ ਹੈ? Now your pulse start. ਹੁਣ ਤੁਹਾਡੇ ਖਿਚਾਵ ਸ਼ੁਰੂ ਹੋਣਗੇ। The time of William Branham is over now. ਭਾਈ ਬ੍ਰਾਨਮ ਦਾ ਸਮਾਂ ਜਾ ਚੁੱਕਾ ਹੈ। It's over now. ਇਹ ਹੁਣ ਖਤਮ ਹੋ ਚੁੱਕਾ ਹੈ। It's your time. ਇਹ ਤੁਹਾਡਾ ਸਮਾਂ ਹੈ। Brother Branham is in Revelation 10:7. ਭਾਈ ਬ੍ਰਾਨਮ ਪ੍ਰਕਾਸ਼ਿਤ ਵਾਕਿਆ 10:7 ਵਿੱਚ ਹਨ। He fulfilled that verse ਉਸਨੇ ਉਸ ਆਇਤ ਨੂੰ ਪੂਰਾ ਕਰ ਦਿੱਤਾ ਹੈ and went back from where he came. ਅਤੇ ਹੁਣ ਵਾਪਸ ਉੱਥੇ ਚਲਾ ਗਿਆ ਹੈ ਜਿੱਥੋਂ ਉਹ ਆਇਆ ਸੀ। From verse 8 to 11 is your time. 8ਵੀਂ ਆਇਤ ਤੋਂ 11ਵੀਂ ਤੱਕ ਹੁਣ ਤੁਹਾਡਾ ਸਮਾਂ ਹੈ। Do you believe that? ਕੀ ਤੁਸੀਂ ਇਸ ਦਾ ਵਿਸ਼ਵਾਸ Now ਕਰਦੇ it's ਹੋ? your time. ਇਹ ਹੁਣ ਤੁਹਾਡਾ ਸਮਾਂ ਹੈ। What Brother Branham is saying, ਭਾਈ ਬ੍ਰਾਨਮ ਕੀ ਕਹਿ ਰਹੇ ਹਨ? view. ਵਿਊ 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 I like a fire whipping around, ਅਤੇ ਇੱਕ ਅੱਗ ਦੀ ਤਰ੍ਹਾਂ ਘੁੰਮਦੀ ਹੋਈ licking blaze, ਚੱਖ ਜਾਣ ਵਾਲੀ ਅੱਗ ਦੀ ਤਰ੍ਹਾਂ and it left me. ਤਾਂ ਉਸਨੇ ਮੈਨੂੰ ਛੱਡ ਦਿੱਤਾ And it went right down over the top of that audience. ਅਤੇ ਉਹਨਾਂ ਸਰੋਤਿਆਂ ਦੇ ਉੱਪਰ ਪਹੁੰਚ ਗਈ। ਉਹ ਦੂਤ ਜਿਹੜਾ ਇਸ ਦੇ ਨਾਲ ਖਿਚਾਵ ਪੈਦਾ ਕਰ ਰਿਹਾ ਸੀ, ਉਹ ਹੁਣ ਕਿੱਥੇ ਆ ਗਿਆ? ਕਿਉਂਕਿ ਟੈਂਟ ਵਿਜ਼ਨ ਦੇ ਵਿੱਚ ਕਿੰਨਾਂ ਨੂੰ ਵੇਖਿਆ ਗਿਆ? ਮਸੀਹ ਦੀ ਦੁਲਹਨ ਨੂੰ ਵੇਖਿਆ ਗਿਆ। ਔਰ ਉਹ ਦੂਤ ਜਿਹੜਾ ਮੰਚ ਤੇ ਵਿਲੀਅਮ ਬ੍ਰਾਨਮ ਦੇ ਨਾਲ ਸੀ, ਉਹ ਜੋ ਪਹਿਲਾ ਖਿਚਾਵ ਅਤੇ ਦੂਜਾ ਖਿਚਾਵ ਉਹਦੀ ਜ਼ਿੰਦਗੀ ਵਿੱਚ ਪੈਦਾ ਕਰ ਰਿਹਾ ਸੀ, ਹੁਣ ਉਹ ਕਿੱਥੇ ਕਰੇਗਾ? ਕਿੰਨੇ ਲੋਕ ਮੇਰੇ ਨਾਲ ਹੋ? ਹੁਣ ਮੈਂ ਸੰਦੇਸ਼ ਦੇਣਾ ਚਾਹੁੰਦਾ ਹਾਂ, ਖਿਚਾਵ ਪਲੇਨ ਗਰਾਊਂਡ ਤੇ ਨਹੀਂ ਹਨ, ਖਿਚਾਵ ਚੜਾਈ ਹੈ, ਖਿਚਾਵ ਪਹਾੜੀਆਂ ਆ। ਕਿਉਂਕਿ ਕੁਝ ਲੋਕ ਸੋਚਦੇ ਆ ਕਿ ਮੈਂ ਮੈਸੇਜ ਦਾ ਵਿਸ਼ਵਾਸ ਕਰਦਾ ਆ, ਪਰ ਮੇਰੀ ਜ਼ਿੰਦਗੀ 'ਚ ਖਿਚਾਵ ਨਹੀਂ ਪੈਦਾ ਹੋ ਰਿਹਾ, ਮੇਰੀ ਜ਼ਿੰਦਗੀ 'ਚ ਕੋਈ ਘਟਨਾ ਨਹੀਂ ਹੋ ਰਹੀ। ਪਰ ਗੌਰ ਕਰੋ, ਇਹ ਘਟਨਾਵਾਂ ਪੈਦਾ ਕਰਨ ਵਾਲੇ ਖਿਚਾਵ ਤਾਂ ਚੜਾਈ ਚੜਨਾ ਆ। ਤਾਂ ਮੈਟਰ ਇਹ ਆ ਕਿ ਚੜਾਈ ਕਿੰਨੀ ਚੜ ਰਹੇ ਹੋ, ਚੜ ਕਿੰਨਾ ਕਰ ਰਹੇ ਹੋ। ਖੜੇ ਹੋ ਨੀਚਲੇ ਸਤਰ ਤੇ ਉਮੀਦ ਕਾਦੇ ਲਾਏ ਬੈਠੇ ਹੋ? ਖਿਚਾਵ ਦੀ। ਉਹਨੂੰ ਕਿਹਾ ਸੀ, ਲੁੱਕ ਐਟ ਦ ਮਾਊਂਟੇਨ, ਉਸ ਪਹਾੜ ਵੱਲ ਵੇਖ, your name is written on those mountains. ਤੇਰਾ ਨਾਮ ਉਹਨਾਂ ਪਹਾੜੀਆਂ ਤੇ ਲਿਖਿਆ ਹੋਇਆ ਹੈ। ਆਮੀਨ। ਤਾਂ ਮੇਰੇ ਖਿਆਲ ਦੇ ਵਿੱਚ ਜੇਕਰ ਉਹ ਦੂਤ ਤੁਹਾਡੀ ਜ਼ਿੰਦਗੀ 'ਚ ਆਇਆ ਤਾਂ ਸੇਮ ਖਿਚਾਵ ਪੈਦਾ ਕਰੇਗਾ। ਮੈਂ ਬਹੁਤ ਕੁਝ ਨੋਟ ਕੀਤਾ ਹੋਇਆ ਸੀ, ਪਰ ਮੈਂ ਹੁਣ ਟਾਈਮ ਦੇ ਅਕੋਰਡਿੰਗ ਇਹਨੂੰ ਸਮਾਪਤ ਕਰਾਂਗਾ। ਇੱਕ ਗੱਲ ਦੱਸੋ, ਪਹਾੜ ਦੇ ਉੱਤੇ ਜਦ ਅਬਰਾਹਮ ਦੇ ਕੋਲ ਤੀਸਰਾ ਖਿਚਾਵ ਪੈਦਾ ਹੋਇਆ, ਕਿਉਂਕਿ ਉੱਥੇ ਲੇਲਾ ਪੈਦਾ ਹੋਣਾ ਕੋਈ ਆਮ ਗੱਲ ਨਹੀਂ ਸੀ, ਉਹ ਕੀ ਸੀ? ਤੀਸਰਾ ਖਿਚਾਵ ਕਿਵੇਂ ਪੈਦਾ ਹੋਇਆ? ਥੱਲੇ ਨੀਚਲੇ ਸਤਰ ਤੇ? ਕਿੱਥੇ? ਉੱਪਰ, ਚੜਾਈ ਦੇ ਉੱਪਰ। ਉਹ 3 ਦਿਨ ਦਾ ਪੈਂਟਾ ਕਰਕੇ ਗਿਆ ਸੀ, ਫੇਰ ਉਹਨੂੰ ਕੀ ਮਿਲ ਰਿਹਾ ਆ? ਖਿਚਾਵ। ਆਮੀਨ। ਕਰਮਲ ਪਹਾੜ ਦੇ ਉੱਤੇ ਏਲੀਆ ਦੇ ਕੋਲ ਤੀਸਰਾ ਖਿਚਾਵ ਹੈ। ਜਦ ਉਹਦੀ ਕੁਰਬਾਨੀ ਝੱਟ ਹੋ ਗਈ, ਬੜੀ ਲੰਬੀ ਦੁਆ ਨਹੀਂ ਕੀਤੀ, ਜਸਟ ਇੱਕ ਸਿੰਪਲ ਪ੍ਰੇਅਰ ਹੈ, ਇੱਕ ਸਧਾਰਨ ਪ੍ਰੇਅਰ ਉੱਪਰ ਪਹਾੜ ਦੇ ਉੱਤੇ, ਔਰ ਉਹਦੀ ਕੁਰਬਾਨੀ ਝੱਟ ਹੋ ਗਈ। ਕਿੰਨੇ ਲੋਕ ਸਮਝ ਪਾ ਰਹੇ ਹੋ?
ਉਹ ਕੋਈ ਨੀਚਲਾ ਸਤਰ ਸੀ, ਉਹ ਪਹਾੜ ਸੀ। ਔਰ ਹਰ ਵਾਰ ਜਿੱਥੇ ਵੀ ਕਿਤੇ ਖਿਚਾਅ ਪੈਦਾ ਹੁੰਦਾ ਆ, ਉਥੇ ਚੜ੍ਹਾਈ ਵੀ ਬਹੁਤ ਉੱਚੀ ਹੁੰਦੀ ਹੈ। ਮੇਰੀ ਉਹ ਭੈਣੋ ਅਤੇ ਭਰਾਓ, ਮਸੀਹਤ ਜੋ ਖਿਚਾਵ ਦੇ ਨਾਲ ਭਰੀ ਹੈ, ਜੋ ਸਾਮਰਥ ਨਾਲ ਭਰੀ ਹੈ, ਉਹ ਹੇਠਲੇ ਸਤਰ ਦੀ ਮਸੀਹਤ ਨਹੀਂ ਹੈ, ਉਹ ਉੱਚਲੇ ਸਤਰ ਦੀ ਮਸੀਹਤ ਆ। ਕਿਉਂਕਿ ਬਹੁਤ ਸਾਰੇ ਲੋਕ ਚਰਚ ਆਉਣ ਦਾ ਤੰਤਾ ਅਪਣਾਏ ਬੈਠੇ ਹਨ। ਉਹ ਆਉਂਦੇ ਅਤੇ ਉੱਠ ਕੇ ਚਲੇ ਜਾਂਦੇ ਹਨ। ਉਹ ਸੋਚਦੇ ਹਨ ਕਿ ਮੈਂ ਕੰਮ ਪੂਰਾ ਕਰ ਦਿੱਤਾ। ਹਾਂ, ਤੁਸੀਂ ਕਰ ਦਿੱਤਾ, ਆਪਣੀ ਆਫਰਿੰਗ ਪਾ ਦਿੱਤੀ ਹੈ, ਆਪਣਾ ਦਸ਼ਵੰਦ ਵਾਲਾ ਲਿਫਾਫਾ ਦੇ ਦਿੱਤਾ ਹੈ, ਪਰ ਖਿਚਾਵ ਇਸ ਸਤਰ ਤੇ ਨਹੀਂ ਹਨ। ਖਿਚਾਵ ਦੇ ਲਈ ਤਾਂ ਤੁਹਾਨੂੰ ਉੱਚਾ ਜਾਣਾ ਪੈਣਾ ਆ, ਉੱਚਾ ਜਾਣਾ ਪੈਣਾ। ਕਿਉਂਕਿ ਉਹਨੇ ਕਿਹਾ ਛੋਟੇ ਪਹਾੜ ਤਾਂ ਇੰਜ ਲੱਗਦਾ ਸੀ ਜਿਵੇਂ ਮੇਰੀ ਮਿਨਿਸਟਰੀ ਹੈ ਹੀ ਨਹੀਂ ਆ, ਪਰ ਅਸਲ ਮਿਨਿਸਟਰੀ ਤਾਂ ਉਚਾਈ ਤੇ ਸੀ। ਔਰ ਮੈਂ ਨਹੀਂ ਸੋਚਦਾ ਹੈਗਾ ਕਿ ਇਹ ਸੰਦੇਸ਼ ਜਿਹੜਾ ਸਿਰਫ ਭਾਈ ਬ੍ਰਾਨਮ ਦੀ ਲਾਈਫ ਪੜਨ ਦੇ ਲਈ ਸਾਨੂੰ ਦਿੱਤਾ ਗਿਆ। ਸਾਡੇ ਲਈ ਇਨਸਪੀਰੇਸ਼ਨ ਹੈ। ਤੁਹਾਡੇ ਤੇ ਮੇਰੇ ਲਈ ਕੀ ਹੈ ਭੈਣੋ? ਇਨਸਪੀਰੇਸ਼ਨ ਹੈ, ਪ੍ਰੇਰਨਾ ਨਾਲ ਭਰਿਆ ਹੋਇਆ ਹੈ। ਕਿਉਂਕਿ ਮੈਨੂੰ ਇਹ ਚੀਜ਼ ਮਿਲੀ ਹੈ ਕਿ ਜੋ ਦੂਤ, ਜੋ ਰੋਸ਼ਨੀ ਵਿਲੀਅਮ ਬ੍ਰਾਨਮ ਦੇ ਉੱਤੇ ਸੀ, ਉਹਦੇ ਤੋਂ ਉੱਠ ਕੇ ਕਲੀਸਿਆ ਤੇ ਆਈ। ਤੇ ਜੇਕਰ ਵਿਲੀਅਮ ਬ੍ਰਾਨਮ ਨੂੰ ਇਹ ਦੂਤ ਉੱਚਾ ਉਠਾਉਂਦਾ ਸੀ, ਕਹਿੰਦਾ ਸੀ ਕਿ ਚੜ੍ਹਾਈ ਚੜ, ਪਹਿਲਾ ਖਿਚਾਵ ਇੱਕ ਚੜ੍ਹਾਈ ਹੈ, ਦੂਜਾ ਖਿਚਾਵ ਦੂਜੀ ਚੜ੍ਹਾਈ ਹੈ, ਅਤੇ ਤੀਜਾ ਖਿਚਾਵ ਤੁਸੀਂ ਹੁਣੇ ਪੜ੍ਹ ਕੇ ਹਟਿਓ, ਉਹਨਾਂ ਦੋਹਾਂ ਖਿਚਾਵਾਂ ਨਾਲ ਉੱਚਾ ਸੀ। ਕਿਉਂਕਿ ਦੋ ਖਿਚਾਵਾਂ ਦੀ ਨਕਲ ਹੋ ਗਈ ਸੀ, ਦੋ ਖਿਚਾਵਾਂ ਦੀ। ਹੁਣ ਦੂਤ ਨੇ ਕਿਹਾ ਸੀਗਾ ਕਿ ਤੀਸਰਾ ਖਿਚਾਵ ਆ ਰਿਹਾ, ਉਹਦੀ ਕੋਈ ਨਕਲ ਨਹੀਂ ਕਰ ਪਾਏਗਾ, ਕਿਉਂਕਿ ਇਹ ਬਹੁਤ ਉੱਚਾ ਹੈ। ਲੈਟ ਮੀ ਰੀਡ ਫॉर ਯੂ, ਐਂਡ ਇਟ ਲੈਫਟ ਮੀ, ਅਤੇ ਇਸਨੇ ਮੈਨੂੰ ਛੱਡ ਦਿੱਤਾ, ਐਂਡ ਇਟ ਵੈਂਟ ਰਾਈਟ ਡਾਊਨ ਓਵਰ ਦ ਟੌਪ ਆਫ ਦ ਆਡੀਅੰਸ, ਅਤੇ ਸਰੋਤਿਆਂ ਦੇ ਬਿਲਕੁਲ ਉੱਪਰ ਚਲਾ ਗਿਆ, ਐਂਡ ਵੈਂਟ ਐਂਡ ਸਟੂਡ ਓਵਰ ਅਤੇ ਉੱਥੇ the ਜਾ ਕੇ top of that building, ਉਸ ਇਮਾਰਤ ਦੇ ਉੱਪਰ ਖੜਾ ਹੋ ਗਿਆ, then settled down on the top of it। ਫਿਰ ਉਸ ਦੀ ਚੋਟੀ ਉੱਪਰ ਟਿਕ ਗਿਆ। ਕਹਿੰਦਾ ਮੇਰੇ ਤੋਂ ਹਟ ਕੇ ਉਹ ਰੋਸ਼ਨੀ ਕਿੱਥੇ ਚਲੀ ਗਈ? ਤੇ ਮੈਂ ਬਾਰ-ਬਾਰ ਕਹਾਂਗਾ, ਇਹ ਬਿਲਡਿੰਗ ਮਸੀਹ ਦੀ ਦੁਲਹਨ ਆ। ਤੰਬੂ ਦੇ ਦਰਸ਼ਨ ਵਿੱਚ ਇਹ ਬਿਲਡਿੰਗ, ਤੇ ਇਹ ਦੂਤ ਕਿੱਥੇ ਜਾ ਕੇ ਠਹਿਰ ਗਿਆ? ਉਹ ਅੱਗ ਦਾ ਖੰਭਾ ਕਿੱਥੇ ਠਹਿਰ ਗਿਆ? ਕਿੰਨੇ ਲੋਕ ਮੇਰੇ ਨਾਲ ਹੋ? ਔਰ ਐ ਮੇਰੀਓ ਭੈਣੋ ਤੇ ਭਰਾਓ, ਹੁਣ ਇਹ ਨਾ ਸੋਚਣ ਲੱਗ ਜਾਇਓ ਕਿ ਇੱਥੇ ਪੜਿਆ ਆ, ਅਸੀਂ ਪੜ੍ਹ ਰਹੇ ਹਾਂ ਕਿ ਭਾਈ ਬ੍ਰਾਨਮ ਤੋਂ ਅੱਗ ਦਾ ਖੰਭਾ ਹਟ ਕੇ ਉਸ ਬਿਲਡਿੰਗ ਤੇ ਚਲਾ ਗਿਆ, ਮਸੀਹ ਦੀ ਦੁਲਹਨ ਤੇ ਚਲਾ ਗਿਆ। ਭਾਈ ਅਸੀਂ ਤੇ ਕਦੇ ਦੇਖਿਆ ਨਹੀਂ, ਸਾਡੇ ਤੇ ਵੀ ਕੈਮਰਾ ਘੁੰਮਦਾ ਆ, ਸਾਡੇ ਨਾਲ ਤੇ ਕਦੇ ਦਿਖਾਈ ਨਹੀਂ ਦਿੰਦਾ। ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਨਾ ਕਿ ਅੱਗ ਦਾ ਖੰਭਾ ਮਤਲਬ ਕੁਝ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ, ਕੁਝ ਭਾਈਆਂ ਨਾਲ ਦਿਖਾਈ ਦੇ ਰਿਹਾ ਆ। ਇਹ ਇੱਕ ਅਲੱਗ ਗੱਲ ਹੈ, ਅਸੀਂ ਇਹਨੂੰ ਇਗਨੋਰ ਨਹੀਂ ਕਰਦੇ, ਪਰ ਐਕਚੁਅਲੀ ਨਬੀ ਨੇ ਕਿਹਾ ਅੱਗ ਦੇ ਖੰਭੇ ਦਾ ਜ਼ਿੰਦਗੀ ਚ ਆਉਣ ਦਾ ਮਤਲਬ ਆ ਬਦਲੀ ਹੋਈ ਜ਼ਿੰਦਗੀ। ਅੱਗ ਦੇ ਖੰਭੇ ਦਾ ਮਤਲਬ ਆ ਜਦ ਤੁਸੀਂ ਇਸ ਤੰਬੂ ਦੇ ਵਿੱਚ ਆਓਗੇ, ਜਦ ਤੁਸੀਂ ਇਸ ਛੋਟੀ ਬਿਲਡਿੰਗ ਵਿੱਚ ਆਓਗੇ, ਜੇਕਰ ਤੁਸੀਂ ਬਦਲ ਕੇ ਜਾ ਰਹੇ ਹੋ ਬਾਹਰ, ਤਾਂ ਇਹਦਾ ਮਤਲਬ ਅੱਗ ਦਾ ਖੰਭਾ ਤੁਹਾਨੂੰ ਮਿਲ ਚੁੱਕਾ ਆ। ਕਿਉਂਕਿ ਅੱਗ ਦਾ ਖੰਭਾ ਖਾਲੀ ਫੋਟੋਆਂ ਖਿਚਾਉਣ ਨਹੀਂ ਆਉਂਦਾ, ਅੱਗ ਦਾ ਖੰਭਾ ਜ਼ਿੰਦਗੀਆਂ ਬਦਲ ਆਉਂਦਾ ਆ। ਔਰ ਜਿਸ ਕਿਸੇ ਭੈਣ ਭਰਾ ਦੇ ਨਾਲ ਅੱਗ ਦਾ ਖੰਭਾ ਸੰਪਰਕ ਕਰ ਲੈਂਦਾ, ਉਹ ਵਿਅਕਤੀ ਜ਼ਿੰਦਗੀ ਬਦਲੀ ਹੋਈ ਪ੍ਰਾਪਤ ਕਰਦਾ ਹੈ, ਉਹ ਭੈਣ ਬਦਲੀ ਹੋਈ ਜ਼ਿੰਦਗੀ ਪ੍ਰਾਪਤ ਕਰਦੀ ਹੈ। ਕਿੰਨੇ ਲੋਕ ਮੇਰੇ ਨਾਲ ਹੋ? ਕਿਉਂਕਿ ਅੱਗ ਦਾ ਖੰਭਾ ਮੇਰੇ ਤੋਂ ਉੱਠ ਕੇ ਬਿਲਡਿੰਗ ਦੇ ਉੱਤੇ ਚਲਾ ਗਿਆ। ਮੈਂ ਫੇਰ ਦੁਹਰਾ ਰਿਹਾ, ਨਬੀ ਕਹਿ ਰਿਹਾ ਅੱਗ ਦਾ ਖੰਭਾ ਮੇਰੇ ਤੋਂ ਉੱਠ ਕੇ, ਅੱਜ ਮੈਂ ਦੁਹਰਾ ਰਿਹਾ ਇਹਨੂੰ ਬਾਰ-ਬਾਰ, ਬੋਲੋ ਅੱਗ ਦਾ ਖੰਭਾ ਵਿਲੀਅਮ ਬ੍ਰਾਨਮ ਤੋਂ ਉੱਠ ਕੇ ਮੇਰੇ ਉੱਤੇ ਆ ਗਿਆ। ਵਿਲੀਅਮ ਬ੍ਰਾਨਮ ਤੋਂ ਉੱਠ ਕੇ ਹੁਣ ਜੇਕਰ ਉਹਦੀ ਜ਼ਿੰਦਗੀ ਵਿੱਚ ਖਿਚਾਵ ਪੈਦਾ ਕਰ ਰਿਹਾ ਸੀ, ਤਾਂ ਹੁਣ ਤੁਹਾਡੇ ਅੰਦਰ ਕੀ ਕਰੇਗਾ? ਕੁਝ ਖਿਚਾਵ ਪੈਦਾ ਕਰੇਗਾ। ਪਰ ਇਹ ਖਿਚਾਵ ਨੀਚਲੇ ਲੈਵਲ ਦੇ ਨਹੀਂ ਆ, ਇਹ ਖਿਚਾਵ ਚੜਾਈ ਚੜਨਾ ਆ, ਇਹ ਉੱਚਾ ਜਾਣਾ ਆ। ਬਹੁਤ ਸਾਰੇ ਲੋਕ ਠੰਡੀ ਸੀਲ ਗਰਮ ਜ਼ਿੰਦਗੀ ਜੀ ਰਹੇ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਮਰੀ ਹੋਈ ਜ਼ਿੰਦਗੀ ਹੈ।
ਠੰਡੀ ਸੀਲ ਗਰਮ ਜ਼ਿੰਦਗੀ ਮਰੀ ਹੋਈ ਜ਼ਿੰਦਗੀ ਹੈ। ਔਰ ਜੇਕਰ ਤੁਸੀਂ ਮਰੀ ਹੋਈ ਜ਼ਿੰਦਗੀ ਜੀ ਰਹੇ ਹੋ, ਤੁਸੀਂ ਪੈਰਾਲਾਈਜ਼ ਵਾਲੀ ਜ਼ਿੰਦਗੀ ਜੀ ਰਹੇ ਹੋ, ਤਾਂ ਇਹਦਾ ਮਤਲਬ ਹੈ ਤੁਸੀਂ ਉਸ ਅੱਗ ਦੇ ਖੰਭੇ ਤੋਂ ਰਹਿਤ ਹੋ। ਹੁਣ ਕੀ ਹੋਇਆ, ਇੱਕ ਔਰਤ ਆਈ ਉਸ ਬਿਲਡਿੰਗ ਦੇ ਵਿੱਚ। ਔਰਤ ਆਈ, ਐਂਟਰੀ ਕੀਤੀ, ਪੈਰਾਲਾਈਜ਼ ਸੀ 20 ਸਾਲ ਤੋਂ, ਖਤਮ ਹੋ ਗਿਆ। ਉਹਦੇ ਲਈ ਕੋਈ ਦੁਆ ਨਹੀਂ ਕੀਤੀ ਗਈ, ਜਸਟ ਉਹ ਆਈ, ਹੀਲ ਹੋ ਗਈ। ਕਹਿੰਦੀ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਮੈਂ ਕਦੇ ਬਿਮਾਰ ਹੀ ਨਹੀਂ ਹੋਈ। ਕਿਉਂ? ਕਿਉਂਕਿ ਅੱਗ ਦਾ ਖੰਭਾ ਹੁਣ ਕਿੱਥੇ ਆ ਗਿਆ ਸੀ? ਬਿਲਡਿੰਗ ਦੇ ਉੱਤੇ ਆ ਚੁੱਕਾ ਸੀ। ਮੈਂ ਤੁਹਾਨੂੰ ਯਿਸੂ ਮਸੀਹ ਦੇ ਨਾਂ 'ਚ ਕਹਿਣਾ, ਤੁਹਾਡੇ ਵਿੱਚੋਂ ਕਈ ਐਸੇ ਹਨ ਜਿਹੜੇ ਆਏ ਤਾਂ ਬਿਮਾਰੀ ਦੇ ਨਾਲ ਆ, ਪਰ ਹੁਣ ਜਦ ਅੱਗ ਦਾ ਖੰਭਾ ਇੱਥੇ ਆ, ਹੁਣ ਜਦ ਅੱਗ ਦਾ ਖੰਭਾ ਇੱਥੇ ਆ, ਜਦ ਤੁਸੀਂ ਉੱਠ ਕੇ ਜਾਓਗੇ ਬਾਹਰ, ਤਾਂ ਤੁਸੀਂ ਬਦਲੇ ਹੋਏ ਜਾਓਗੇ, ਤੁਸੀਂ ਚੰਗੇ ਹੋ ਕੇ ਜਾਓਗੇ, ਤੁਸੀਂ ਸਾਮਰਥ ਦੇ ਨਾਲ ਜਾਓਗੇ, ਤੁਸੀਂ ਆਜ਼ਾਦ ਹੋ ਕੇ ਜਾਓਗੇ, ਤੁਸੀਂ ਛੁਟਕਾਰਾ ਪਾ ਕੇ ਜਾਓਗੇ। ਕਿਉਂਕਿ ਉਹ ਕਹਿੰਦਾ ਪਹਿਲਾਂ ਉਹ ਮੇਰੇ ਉੱਤੇ ਸੀ, ਪਰ ਹੁਣ ਉਹ ਉੱਠ ਕੇ ਇੱਕ ਛੋਟੀ ਬਿਲਡਿੰਗ ਦੇ ਉੱਤੇ ਠਹਿਰ ਗਿਆ। ਆਮੀਨ। ਇਹ ਹੁਣ ਤੁਹਾਡਾ ਵਿਸ਼ਵਾਸ ਹੈ ਕਿ ਤੁਸੀਂ ਉਹਨੂੰ ਲੈਣਾ ਕਿ ਨਹੀਂ ਲੈਣਾ, ਕਿਉਂਕਿ ਉਹ ਅੱਗ ਦਾ ਖੰਭਾ ਜਿਹੜਾ ਯੋਹੰਨਾ ਦੀ ਅਗਵਾਈ ਕਰ ਰਿਹਾ ਸੀ, ਯੋਹੰਨਾ ਤੋਂ ਉੱਠ ਕੇ ਯਿਸੂ ਦੇ ਵਿੱਚ ਆਇਆ ਔਰ ਯਿਸੂ ਦੇ ਅੰਦਰੋਂ ਕੰਮ ਕੀਤਾ। ਆਮੀਨ। ਉਸ ਤੋਂ ਬਾਅਦ ਉਹੀ ਆਤਮਾ ਯਿਸੂ ਤੋਂ ਉੱਠ ਕੇ 120 ਦੇ ਉੱਤੇ ਆਇਆ ਔਰ ਉਹੀ ਕੰਮ ਹੋਣੇ ਸ਼ੁਰੂ ਹੋ ਗਏ। ਹੁਣ ਇਹ ਕਹਿੰਦਾ ਮੇਰੇ ਤੋਂ ਉੱਠ ਕੇ ਕਿੱਥੇ ਆ ਗਿਆ? ਆਡੀਅנס ਦੇ ਕੋਲ ਆ ਗਿਆ। ਇੱਥੇ ਇੱਕ ਝੁੰਡ ਹੈ ਜੋ ਉਸ ਟੈਂਟ ਵਿਜ਼ਨ ਦਾ ਹਿੱਸਾ ਆ। ਕੀ ਤੁਸੀਂ ਹੋ? ਕੀ ਤੁਸੀਂ ਉਸ ਟੈਂਟ ਵਿਜ਼ਨ ਦਾ ਹਿੱਸਾ ਹੋ? ਕਿ ਵਿਲੀਅਮ ਬ੍ਰਾਨਮ ਨੇ ਤੁਹਾਨੂੰ ਦੇਖਿਆ, ਫਿਰ ਉਹ ਫਾਇਰ, ਫਿਰ ਉਹ ਲਾਈਟ ਤੁਹਾਡੇ ਤੋਂ ਉੱਠ ਕੇ, ਉਹਦੇ ਤੋਂ ਉੱਠ ਕੇ ਤੁਹਾਡੇ ਉੱਤੇ ਆ ਗਈ ਹੈ। ਔਰ ਜੇਕਰ ਤੁਸੀਂ ਬਿਮਾਰ ਹੋ, ਤੁਸੀਂ ਅੱਜ ਚੰਗੇ ਹੋ ਸਕਦੇ ਹੋ, ਕਿਉਂਕਿ ਜਦ ਉਹ ਲੋਕ ਬਿਲਡਿੰਗ 'ਚ ਆਏ ਉਹ ਬਿਮਾਰ ਨਾ ਗਏ, ਉਹ ਚੰਗੇ ਹੋ ਕੇ ਗਏ। ਜੇ ਉਹ ਵਿਗੜੇ ਹੋਏ ਆਏ ਸਨ ਤਾਂ ਉਹ ਬਦਲ ਕੇ ਗਏ, ਕਿਉਂਕਿ ਅੱਗ ਦੇ ਖੰਭੇ ਦਾ ਮਤਲਬ ਹੀ ਜ਼ਿੰਦਗੀ ਬਦਲਣਾ ਆ। ਇਹ ਤੀਸਰਾ ਖਿਚਾਓ ਪੈਦਾ ਕਰਦਾ। ਇਹਨੇ ਅਬਰਾਹਮ ਦੀ ਜ਼ਿੰਦਗੀ ਵਿੱਚ ਇੱਕ ਖਿਚਾਓ ਪੈਦਾ ਕੀਤਾ। ਮੈਨੂੰ ਦੱਸੋ, ਹੇਠਲੇ ਸਤਰ ਤੇ, ਮੋਰੀਆ ਪਹਾੜ ਉੱਤੇ। ਏਲੀਆ ਦੀ ਜ਼ਿੰਦਗੀ ਵਿੱਚ ਤੀਸਰਾ ਖਿਚਾਓ। ਨੀਚਲੇ ਲੈਵਲ ਤੇ ਕਿੰਨੀਆਂ ਭੈਣਾਂ ਸਮਝ ਰਹੀਆਂ ਹਨ ਕਿਹੜਾ ਲੈਵਲ ਹੈ? ਯਿਸੂ ਕਲਵਰੀ ਕਰੂਸ ਤੇ ਲਟਕਿਆ ਹੋਇਆ ਹੈ। ਆਮੀਨ। ਉਹ ਇੱਕ ਪਹਾੜ ਹੈ। ਮੇਰੇ ਨਾਲ ਹੋ ਭਾਈਓ। ਭਾਈ ਬ੍ਰਾਨਮ ਨੇ ਕਿੰਨੇ ਪਹਾੜ ਵੇਖੇ? ਕਿੰਨੇ? ਔਰ ਇਹ 7 ਪਹਾੜ ਬਾਈਬਲ ਦੀ ਹਿਸਟਰੀ ਵਿੱਚ ਬਣੇ ਹੋਏ ਹਨ। ਆਮੀਨ। ਪਹਿਲਾ ਪਹਾੜ ਹੈ ਅਰਾਰਾਤ। ਬੈਠ ਜਾਓ ਹੁਣ ਥੋੜੀ ਦੇਰ। ਪਹਿਲਾ ਪਹਾੜ ਹੈ ਅਰਾਰਾਤ। ਅਰਾਰਾਤ ਪਹਾੜ ਤੇ ਤੀਸਰਾ ਖਿਚਾਵ ਪੈਦਾ ਹੋਇਆ। ਅਰਾਰਾਤ ਪਹਾੜ ਤੇ ਜਦ 7ਵੇਂ ਮਹੀਨੇ ਦੀ 17ਵੀਂ ਤਰੀਕ ਨੂੰ ਨੂਹ ਦੀ ਕਸ਼ਤੀ ਪਹਾੜ ਉੱਤੇ ਟਿਕ ਗਈ। ਆਮੀਨ। ਤਾਂ ਜਿਸ ਦਿਨ ਕਿਸ਼ਤੀ ਪਹਾੜ ਉੱਤੇ ਟਿਕੀ, ਉਹਨੇ ਤਾਕੀ ਖੋਲ ਕੇ ਵੇਖਿਆ ਤੇ ਉਹਨੂੰ ਪਹਾੜ ਦੀਆਂ ਚੋਟੀਆਂ ਦਿਸ ਪਈਆਂ। ਜਦ ਉਹਨੇ ਦੇਖਿਆ ਤਾਂ ਉਸ ਨੂੰ ਪਹਾੜ ਦੀਆਂ ਚੋਟੀਆਂ, ਜਦ ਵਿਲੀਅਮ ਬ੍ਰਾਨਮ ਨੇ ਕਾਰ ਰੋਕੀ, ਉਹਨੇ ਗੌਰ ਨਾਲ ਵੇਖਿਆ ਤੇ ਉਹਨੂੰ ਪਹਾੜ ਦੀਆਂ ਚੋਟੀਆਂ ਦਿਖ ਪਈਆਂ। ਹੁਣ ਸੁਣੋ ਧਿਆਨ ਦੇ ਨਾਲ। ਜਦ ਨੂਹ ਦੀ ਕਿਸ਼ਤੀ ਰੁਕੀ ਅਰਾਰਾਤ ਪਹਾੜ ਉੱਤੇ, ਤਾਂ ਉਹਨੂੰ ਪਹਾੜ ਦੀਆਂ ਚੋਟੀਆਂ ਦਿਖਾਈ ਦਿੱਤੀਆਂ। ਉਸ ਤੋਂ ਬਾਅਦ ਕੀ ਹੋਇਆ? ਉਹਨੇ ਕਊਆ ਛੱਡਿਆ ਜੋ ਉਹਦੇ ਕੋਲ ਨਵੀਂ ਧਰਤੀ ਦਾ ਸਬੂਤ ਨਾ ਲੈ ਕੇ ਆਇਆ। ਕਊਆ ਛੱਡਿਆ, ਉਹ ਨਵੀਂ ਧਰਤੀ ਦਾ ਸਬੂਤ ਨਹੀਂ ਲੈ ਕੇ ਆਇਆ। ਪਰ ਜਦ ਘੁੱਗੀ ਛੱਡੀ ਤਾਂ ਘੁੱਗੀ ਲਿਆ ਰਹੀ ਹੈ ਜੈਤੂਨ ਦਾ ਇੱਕ ਪੱਤਾ ਤੋੜ ਕੇ, ਜੈਤੂਨ ਦੀ ਟਾਹਣੀ ਤੋੜ ਕੇ ਲਿਆ ਰਹੀ ਹੈ, ਜੋ ਸਾਬਿਤ ਕਰ ਰਹੀ ਹੈ ਕਿ ਧਰਤੀ ਤੋਂ ਕਸ਼ਟ ਕਾਲ ਖਤਮ ਹੋ ਗਿਆ। ਹੁਣ ਧਰਤੀ ਦੁਬਾਰਾ ਨਵੀਂ ਨਿਕਲ ਆਈ ਹੈ। ਪਾਣੀਆਂ ਦੇ ਵਿੱਚੋਂ ਨਿਕਲ ਕੇ ਧਰਤੀ ਫੇਰ ਖੁਸ਼ਕੀ ਦਿਖਾਈ ਦੇ ਰਹੀ ਹੈ। ਕਿੰਨੇ ਲੋਕ ਸਮਝ ਪਾ ਰਹੇ ਹੋ? ਇਹ ਕਦੋਂ ਹੋਇਆ? ਜਦੋਂ ਪਹਾੜੀਆਂ ਦਿਸ ਪਈਆਂ। ਮੇਰੇ ਨਾਲ ਪੜੋ ਉਤਪਤੀ ਦੀ ਕਿਤਾਬ।
ਕੀ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ? ਹਾਲੇਲੂਇਆ, ਗॉड ब्लेस यू। 8वां अध्याय, तीसरी आयत। ਅਤੇ ਪਾਣੀ ਧਰਤੀ ਉੱਤੋਂ ਮੁੜ ਪਏ ਜਾਂਦੇ ਸਨ ਅਰ ਡੂਫ 100 ਦਿਨਾਂ ਦੇ ਅੰਤ ਵਿੱਚ ਪਾਣੀ ਲੈ ਗਿਆ। 150 ਦਿਨਾਂ ਦੇ ਅੰਤ ਵਿੱਚ ਪਾਣੀ ਲੈ ਗਿਆ। ਕਿਸ਼ਤੀ 7ਵੇਂ ਮਹੀਨੇ ਦੇ 17ਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ। ਕਿਸ਼ਤੀ 7ਵੇਂ ਮਹੀਨੇ ਦੀ 17ਵੀਂ ਤਰੀਕ ਨੂੰ ਅਰਾਰਾਤ ਪਹਾੜ ਉੱਤੇ ਟਿਕ ਗਈ ਅਤੇ ਪਾਣੀ 10ਵੇਂ ਮਹੀਨੇ ਤੀਕਰ ਘਟਦੇ ਗਏ। ਔਰ 10ਵੇਂ ਮਹੀਨੇ ਤੱਕ ਪਾਣੀ ਘਟਦੇ ਗਏ। 10ਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ। ਤਾਂ ਮੈਨੂੰ ਲੱਗਦਾ ਆ ਕਿ ਨੂਹ ਨੇ ਵੀ 7 ਹੀ ਪਹਾੜੀਆਂ ਦੇਖੀਆਂ ਹੋਣਗੀਆਂ। ਜੇਕਰ ਸਾਡੇ ਜ਼ਮਾਨੇ ਦੇ ਨੂਹ ਨੇ, ਕਿਉਂਕਿ ਲਿਖਿਆ ਹੋਇਆ ਜੋ ਕੁਝ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਉਹੀ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਹੋਵੇਗਾ। ਜੇਕਰ ਵਿਲੀਅਮ ਬ੍ਰਾਨਮ ਨੇ 7 ਪਹਾੜ ਦੇਖੇ ਤਾਂ ਨੂਹ ਨੇ ਵੀ 7 ਪਹਾੜ ਦੇਖੇ ਹੋਣਗੇ। ਕਿੰਨੇ ਲੋਕ ਸਮਝ ਪਾਏ ਹੋ? ਔਰ ਜਦ ਪਹਾੜੀਆਂ ਦਿਸ ਪਈਆਂ ਉਸ ਤੋਂ ਬਾਅਦ ਨੂਹ ਕਸ਼ਤੀ ਵਿੱਚੋਂ ਨਿਕਲਦਾ ਅਤੇ ਨੂਹ ਦੇ ਸਾਹਮਣੇ ਆ ਨਵੀਂ ਧਰਤੀ। ਮੇਰੇ ਨਾਲ ਹੋ ਭਾਈਓ, ਨੂਹ ਦੇ ਸਾਹਮਣੇ ਕੀ ਹੈ? ਨਵੀਂ। ਇਹਨੂੰ ਭਾਈ ਬ੍ਰਾਨਮ ਨੇ ਪੁਰਾਣੇ ਸੰਸਾਰ ਨੂੰ ਉਹਨੇ ਕਿਹਾ ਐਂਟੀ ਡਿਲੂਵੀਅਨ ਵਰਲਡ। ਪੁਰਾਣੇ ਸੰਸਾਰ ਨੂੰ ਕੀ ਆਖਿਆ ਗਿਆ? ਐਂਟੀ ਡਿਲੂਵੀਅਨ ਵਰਲਡ, ਜੋ ਸੰਸਾਰ ਬਰਬਾਦ ਹੋ ਗਿਆ। ਅਤੇ ਜਿਹੜਾ ਸੰਸਾਰ ਬਰਬਾਦੀ ਤੋਂ ਬਾਅਦ ਸੀਨ ਤੇ ਆਇਆ ਉਹਨੂੰ ਨਿਊ ਵਰਲਡ ਆਖਿਆ ਗਿਆ। ਉਹਨੂੰ ਕੀ ਆਖਿਆ ਗਿਆ? ਨਿਊ ਵਰਲਡ। ਨਿਊ ਵਰਲਡ ਕਦੋਂ ਸਾਹਮਣੇ ਆਇਆ? ਜਦ ਪਹਾੜੀਆਂ ਦਿਸ ਪਈਆਂ, ਟੀਸੀਆਂ ਦਿਸ ਪਈਆਂ। ਮੈਂ ਸਮਝਾਉਣਾ ਚਾਹੁੰਦਾ ਹਾਂ, ਹੋਸ਼ ਵਿੱਚ ਆ ਕੇ ਸੁਣੋ। ਜਦ ਪਹਾੜੀਆਂ ਦਿਸ ਪਈਆਂ ਉਸ ਤੋਂ ਬਾਅਦ ਖੁਸ਼ਕੀ ਦਿਸੀ। ਉਸ ਤੋਂ ਬਾਅਦ ਇੱਕ ਅੱਛੀ ਪੈਦਾਵਾਰ ਵਾਲੀ ਜ਼ਮੀਨ ਸਾਹਮਣੇ ਆਈ। ਕਿੰਨੇ ਲੋਕ ਸਮਝ ਪਾਏ ਹੋ? ਹੁਣ ਜਦ ਵਿਲੀਅਮ ਬ੍ਰਾਨਮ ਦੀ ਸੇਵਕਾਈ 'ਚ 7 ਪਹਾੜ ਦਿਖੇ, ਉਸ ਤੋਂ ਪਹਿਲਾਂ ਜੋ ਸੀ ਉਹ ਹੁਣ ਕਹਿੰਦਾ 7ਵੇਂ ਮਹੀਨੇ ਦੀ 17ਵੀਂ ਤਰੀਕ ਨੂੰ ਕਿਸ਼ਤੀ ਰੁਕੀ। 7ਵਾਂ ਮਹੀਨਾ ਮਤਲਬ 7 ਕਲੀਸਿਆ ਕਾਲ। 6 ਕਾਲਾਂ ਦੇ ਵਿੱਚ ਕਿਸ਼ਤੀ ਕਿਤੇ ਰੁਕੀ ਨਹੀਂ। ਇਹ ਪਾਣੀ ਦੇ ਵਿੱਚ ਡੱਕੇ ਡੋਲੇ ਖਾ ਰਹੀ ਸੀ। ਕਲੀਸਿਆ ਸੰਸਾਰ ਦੇ ਵਿੱਚ ਝੂਠੀਆਂ ਸਿੱਖਿਆ ਵਿੱਚ ਡੱਕੇ ਡੋਲੇ ਖਾ ਰਹੀ ਸੀ। ਪਰ ਜਦ 7ਵਾਂ ਯੁੱਗ ਆਇਆ, ਜਦ 7ਵਾਂ ਯੁੱਗ ਆਇਆ ਤੇ ਉੱਥੇ ਇੱਕ 7ਵਾਂ ਪਹਾੜ ਸੀ ਜਿੱਥੇ ਕਿਸ਼ਤੀ ਰੁਕ ਗਈ। ਹੁਣ ਇਹ ਕਿਸ਼ਤੀ ਰੁਕ ਗਈ। ਆਮੀਨ। ਜਦ ਕਿਸ਼ਤੀ ਰੁਕ ਗਈ ਤੇ ਹੁਣ ਫਿਰ ਪੈਦਾਵਾਰ ਵਾਲੀ ਜ਼ਮੀਨ ਵੀ ਆਵੇਗੀ। ਹੁਣ ਪੈਦਾਵਾਰ ਵੀ ਹੋਵੇਗੀ, ਹੁਣ ਜੀਵਨ ਵੀ ਆਵੇਗਾ। ਆਮੀਨ। ਕਿਉਂਕਿ ਜੀਵਨ ਦਾ ਚਿੰਨ੍ਹ ਲਿਆਉਣ ਵਾਲਾ ਕੌਣ ਹੈ? ਇੱਕ ਸਫੇਦ ਘੁੱਗੀ। ਕਿਉਂਕਿ ਲਿਖਿਆ ਗਿਆ ਹੈ ਹੁਣ ਉਕਾਬਾਂ ਦੀ ਗਵਾਹੀ ਇਹ ਘੁੱਗੀ ਕਰੇਗੀ। ਸੁਣੋ ਧਿਆਨ ਦੇ ਨਾਲ, ਖੁਦਾਵੰਦ ਤੁਹਾਨੂੰ ਬਰਕਤ ਦੇ। ਮੈਂ ਸੰਦੇਸ਼ ਚੋਂ ਪੜ੍ਹਦਾ ਹਾਂ। And went and stood over top of that little building, ਅਤੇ ਜਾ ਕੇ ਉਸ ਛੋਟੀ ਇਮਾਰਤ ਦੇ ਉੱਪਰ ਟਿਕ ਗਈ and then settled down on the top of it. ਅਤੇ ਫਿਰ ਉਸ ਦੇ ਉੱਪਰ ਠਹਿਰ ਗਈ। And then when it did, ਅਤੇ ਜਦੋਂ ਇਸ ਤਰ੍ਹਾਂ ਹੋਇਆ, this one that was standing by me, ਉਹ ਜੋ ਮੇਰੇ ਕੋਲ ਖੜਾ ਸੀ, behind me, ਜੋ ਮੇਰੇ ਪਿੱਛੇ ਖੜਾ ਸੀ, the same voice, ਉਹੀ ਆਵਾਜ਼, the same angel's voice, ਉਹੀ ਦੂਤ ਦੀ ਆਵਾਜ਼, he said, ਉਸਨੇ ਆਖਿਆ, I will meet you in there. ਮੈਂ ਤੈਨੂੰ ਉੱਥੇ ਮਿਲਾਂਗਾ। And this is the third pull. ਅਤੇ ਇਹ ਹੈ ਤੀਸਰਾ ਖਿਚਾਵ। I will meet you there. ਮੈਂ ਤੈਨੂੰ ਉੱਥੇ ਮਿਲਾਂਗਾ, In that building. ਉਸ ਇਮਾਰਤ ਦੇ ਵਿੱਚ, In that tent. ਉਸ ਤੰਬੂ ਦੇ And ਵਿੱਚ। that is ਅਤੇ ਉਹ ਹੈ the third pull. ਤੀਸਰਾ ਖਿਚਾਵ। And third pull is ਅਤੇ ਤੀਸਰਾ ਖਿਚਾਵ a top, a peak. ਉਹ ਸਿਖਰ ਦੀ ਚੋਟੀ ਹੈ। It's not a plain ground. ਇਹ ਕੋਈ ਪੱਧਰੀ ਭੂਮੀ ਨਹੀਂ, It's a peak.
ਇਹ ਇੱਕ ਚੋਟੀ ਹੈ। Understand? ਕੀ ਸਮਝ ਰਹੇ ਹੋ? Do you want third pull? ਕੀ ਤੁਹਾਨੂੰ ਤੀਸਰਾ ਖਿਚਾਵ ਚਾਹੀਦਾ ਹੈ? Come up higher. ਤਾਂ ਇੱਧਰ ਉੱਪਰ ਆ ਜਾਓ। You need to climb on the mountain. ਸਾਨੂੰ ਪਹਾੜ ਚੜ੍ਹਨਾ ਪੈਣਾ ਹੈ। ਕਿੰਨੇ ਲੋਕ ਤੀਸਰਾ ਖਿਚਾਵ ਚਾਹੁੰਦੇ ਆ? ਕਿੱਥੇ ਆਏ? ਪਲੇਨ ਗਰਾਊਂਡ? ਪੈਣੋ ਕਿੱਥੇ ਆ? ਇਹ ਪਹਾੜ ਹੈ। ਔਰ ਤੁਹਾਨੂੰ ਪਤਾ ਆ ਕਿ ਸਾਹ ਪਹਾੜ ਤੇ ਚੜ੍ਹਦੇ ਹੀ ਫੁੱਲਦਾ ਹੈ। ਸਾਹ ਪਹਾੜ ਤੇ ਚੜ੍ਹਦੇ ਹੀ ਫੁੱਲਦਾ ਹੈ। ਤੇ ਕਈ ਲੋਕ ਕਹਿੰਦੇ ਚਲੋ ਇੱਥੇ ਹੀ ਠੀਕ ਹੈ, ਇੱਥੇ ਦੁਆ ਕਰਾ ਲੈਨੇ ਆ। ਹਾਂ, ਕਰਾਓ ਦੁਆਵਾਂ, ਪਰ ਦੁਲਹਨ ਇੱਥੇ ਨਹੀਂ ਸੀ ਦੇਖੀ ਗਈ ਨੀਚਲੇ ਲੈਵਲ ਤੇ। ਦੁਲਹਨ ਦੇਖੀ ਗਈ ਸੀ ਟੈਂਟ ਦੇ ਵਿੱਚ ਇੱਕ ਛੋਟੀ ਇਮਾਰਤ ਦੇ ਅੰਦਰ, ਐਂਡ that is the third pull. ਅਤੇ ਉਹ ਹੈ ਤੀਸਰਾ ਖਿਚਾਵ। That tent is the third pull. ਉਹ ਤੰਬੂ ਤੀਸਰਾ ਖਿਚਾਵ ਹੈ। And you are not supposed to be here. ਅਤੇ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ। You should be on the top of the peak. ਤੁਹਾਨੂੰ ਉਸ ਚੋਟੀ ਦੇ ਉੱਪਰ ਹੋਣਾ ਚਾਹੀਦਾ ਹੈ। Your prayer must be on the peak. ਤੁਹਾਡੀ ਪ੍ਰਾਰਥਨਾ ਉਸ ਚੋਟੀ ਉੱਪਰ ਹੋਣੀ ਚਾਹੀਦੀ ਹੈ। Your interest to come in the church must be on the peak. ਤੁਹਾਡਾ ਚਰਚ ਵਿੱਚ ਆਉਣ ਦਾ ਖਿਚਾਵ ਵੀ ਚੋਟੀ ਤੇ ਹੋਣਾ ਚਾਹੀਦਾ ਹੈ। If you don't have interest to come in the church, ਜੇਕਰ ਚਰਚ ਵਿੱਚ ਆਉਣ ਦਾ ਤੁਹਾਨੂੰ ਕੋਈ ਦਿਲਚਸਪੀ ਨਹੀਂ ਹੈ, ਹੈ, forget about the third pull. ਫਿਰ ਤੀਸਰੇ ਖਿਚਾਵ ਨੂੰ ਭੁੱਲ ਜਾਓ। You say, I can manage with the first pull. ਤੁਸੀਂ ਕਹਿ ਸਕਦੇ ਹੋ ਕਿ ਮੈਂ ਤਾਂ ਪਹਿਲੇ ਖਿਚਾਵ ਨਾਲ ਹੀ ਸਾਰ ਲਵਾਂਗਾ। First pull was just a bait to the hook. ਪਹਿਲਾ ਖਿਚਾਵ ਸਿਰਫ ਉਸ ਕੁੰਡੀ ਦਾ ਚਾਰਾ ਸੀ। It's nothing. ਇਹ ਕੁਝ ਵੀ ਨਹੀਂ ਹੈ। It's to attract the fish. ਇਹ ਤਾਂ ਬਸ ਮੱਛੀ ਨੂੰ ਖਿੱਚਣ ਦੇ ਲਈ ਸੀ। First pull was just to attract the fish. ਪਹਿਲਾ ਖਿਚਾਵ ਸਿਰਫ ਮੱਛੀ ਨੂੰ ਆਕਰਸ਼ਿਤ ਕਰਨ ਦੇ ਲਈ ਸੀ, Nothing else. ਉਸ ਤੋਂ ਵੱਧ ਕੇ ਨਹੀਂ। And second pull was just to reveal the secret of the heart. ਅਤੇ ਦੂਸਰਾ ਖਿਚਾਵ ਸਿਰਫ ਉਹਨਾਂ ਦੇ ਦਿਲ ਦੇ ਭੇਦਾਂ ਨੂੰ ਖੋਲਣ ਦੇ ਲਈ ਸੀ। It's nothing. ਇਹ ਕੁਝ ਵੀ ਨਹੀਂ ਹੈ। It's nothing about the body change. ਇਹ ਦੇਹ ਬਦਲਾਵ ਬਾਰੇ ਕੁਝ ਵੀ ਨਹੀਂ ਹੈ। But the third pull is a special thing for the bride. ਪਰ ਤੀਸਰਾ ਖਿਚਾਵ ਦੁਲਹਨ ਦੇ ਲਈ ਇੱਕ ਖਾਸ ਚੀਜ਼ ਹੈ। Because in that pull there is a dream of Junior Jackson. ਕਿਉਂ ਜੋ ਉਸ ਖਿਚਾਵ ਦੇ ਵਿੱਚ ਜੂਨੀਅਰ ਜੈਕਸਨ ਦਾ ਇੱਕ ਦਰਸ਼ਨ ਹੈ। There is a white rock. ਉੱਥੇ ਇੱਕ ਸਫੇਦ ਪੱਥਰ ਹੈ। And on that rock there is written something. ਅਤੇ ਉਸ ਪੱਥਰ ਦੇ ਉੱਪਰ ਕੁਝ ਲਿਖਿਆ ਹੋਇਆ ਹੈ। And it was never explained. ਅਤੇ ਇਸ ਨੂੰ ਕਦੇ ਵਿਖਿਆਨ ਨਹੀਂ ਕੀਤਾ ਗਿਆ। And what is that? ਅਤੇ ਉਹ ਕੀ ਹੈ? The revelation of seven seal. ਸਤਵੀਂ ਮੋਹਰ ਦਾ ਪ੍ਰਕਾਸ਼ਨ। Seven seal, seven seal. ਸੱਤ The ਮੋਹਰਾਂ ਦਾ revelation ਪ੍ਰਕਾਸ਼ਨ। of seven seals. ਸੱਤ ਮੋਹਰਾਂ ਦਾ ਪ੍ਰਕਾਸ਼ਨ। And what is the seven seals? ਅਤੇ ਸੱਤ ਮੋਹਰਾਂ ਕੀ ਹਨ? It's the thunder. ਇਹ ਹਨ ਗਰਜਾਂ। And what are those thunders? ਅਤੇ ਗਰਜਾਂ ਕੀ ਹਨ? These are the faith of rapture. ਇਹ ਹੈ ਉਠਾਏ ਜਾਣ ਵਾਲਾ ਵਿਸ਼ਵਾਸ। ਮੈਂ ਪੰਜਾਬੀ ਚ ਬੋਲਦਾ ਹਾਂ। ਪਹਿਲੇ ਖਿਚਾਵ ਦੇ ਵਿੱਚ ਸਿਰਫ ਕੁੰਡੀ ਨੂੰ ਮਾਸ ਹੈ, ਪ੍ਰਾਣਾ ਦੇ ਨਾਲ ਉਹਦਾ ਕੋਈ ਵਾਸਤਾ ਨਹੀਂ ਹੈ। ਦੂਸਰਾ ਖਿਚਾਵ ਸਿਰਫ ਦਿਲਾਂ ਦੇ ਖਿਆਲ ਬੁੱਝਣਾ ਸੀ, ਹੋਰ ਕੁਝ ਨਹੀਂ ਹੈ। ਮੇਨ ਚੀਜ਼ ਕੀ ਸੀ? ਤੀਸਰੇ ਖਿਚਾਵ ਵਿੱਚ ਕੀ ਹੈ? ਬੋਲੋ, ਜੂਨੀਅਰ ਜੈਕਸ਼ਨ ਦਾ ਦਰਸ਼ਨ, ਜਿਹਦੇ ਵਿੱਚ ਇੱਕ ਸਫੇਦ ਪੱਥਰ ਹੈ, ਜਿਹਦੇ ਉੱਤੇ ਕਦੇ ਰੌਸ਼ਨੀ ਨਹੀਂ ਸੀ ਪਈ, ਉਹਦੀ ਕਦੇ ਵਿਆਖਿਆ ਨਹੀਂ ਸੀ ਹੋਈ, ਜੋ ਉਹਦੇ ਉੱਤੇ ਲਿਖਿਆ ਹੋਇਆ ਸੀ ਕੋਈ ਪੜ੍ਹ ਨਹੀਂ ਸੀ ਸਕਦਾ। ਕਿਉਂ? ਕਿਉਂਕਿ ਇਹ ਗਰਜਾਂ ਸਨ। ਇਹ ਕੀ ਸਨ? ਔਰ ਗਰਜਾਂ ਅਨਰਿਟਨ ਵਰਡ ਹੈ। ਗਰਜਾਂ ਕੀ ਹਨ ਭਾਈਓ? ਅਨਰਿਟਨ ਵਰਡ। ਪਰ ਇਹਦੇ ਲਈ ਇੱਕ ਸੇਵਕਾਈ ਆ ਸਤਵੇਂ ਦੂਤ ਦੀ, ਏਲੀਆ ਦੀ ਸੇਵਕਾਈ। ਆਮੀਨ। ਔਰ ਇਸ ਸੇਵਕਾਈ ਦੇ ਨਾ ਹੋਣ ਕਰਕੇ ਯੋਹੰਨਾ ਰੋ ਪਿਆ। ਇਸ ਦੇ ਨਾ ਹੋਣ ਕਰਕੇ ਹੀ ਯੋਹੰਨਾ ਰੋਇਆ, ਕਿਉਂਕਿ ਕੋਈ ਵੀ ਉਹਨਾਂ ਮੋਹਰਾਂ ਨੂੰ ਖੋਲਣ ਦੇ ਯੋਗ ਨਹੀਂ ਸੀ, ਕਿਉਂਕਿ ਟਾਈਮ ਨਹੀਂ ਉਹਨੇ ਦੇਖਿਆ। ਪਰ ਹੋਇਆ ਕੀ ਆ, ਜਦ ਮਸੀਹ ਉਸ ਪੋਥੀ ਨੂੰ ਆਪਣੇ ਹੱਥ ਵਿੱਚ ਲੈਂਦਾ, ਪ੍ਰਕਾਸ਼ ਦੀ ਪੋਥੀ 10 ਦੀ ਪਹਿਲੀ ਆਇਤ ਵਿੱਚ ਉਹ ਹੇਠਾਂ ਆਉਂਦਾ ਆ। ਆਮੀਨ। ਮੂਸਾ ਦੀ ਤਰ੍ਹਾਂ
ਮੂਸਾ ਦੇ ਵੇਲੇ ਦੀ ਤਰ੍ਹਾਂ ਜਿਸ ਤਰ੍ਹਾਂ ਖੁਦਾ ਪਹਿਲਾਂ ਡਾਇਰੈਕਟ ਲੋਕਾਂ ਨਾਲ ਨਹੀਂ ਸੀ ਬੋਲਦਾ, ਉਸੇ ਤਰ੍ਹਾਂ ਇਸ ਯੁੱਗ ਦੇ ਵਿੱਚ ਵੀ ਖੁਦਾ ਡਾਇਰੈਕਟ ਕਿਸੇ ਨਾਲ ਨਹੀਂ ਸੀ ਬੋਲਦਾ। ਖੁਦਾ ਨੇ ਗੱਲ ਕਰਨ ਦੇ ਲਈ ਸੱਤਵਾਂ ਦੂਤ ਰੱਖਿਆ ਜੋ ਤੁਹਾਡੇ ਤੇ ਮੇਰੇ ਲਈ ਦਰਾੜ ਵਿੱਚ ਖੜਾ ਹੋਇਆ। ਇਸ ਨੇ ਉਸ ਪੋਥੀ ਨੂੰ ਲਿਆ ਅਤੇ ਪੋਥੀ ਲੈ ਕੇ ਤੁਹਾਨੂੰ ਤੇ ਮੈਨੂੰ ਪ੍ਰਚਾਰ ਕੀਤਾ। ਔਰ ਇਹ ਪ੍ਰਚਾਰ ਕੀ ਸੀਗਾ? ਮੋਹਰਾਂ ਦਾ ਖੁੱਲਣਾ। ਔਰ ਇਹ ਮੋਹਰਾਂ ਦਾ ਖੁੱਲਣਾ ਕੀ ਹੈ? ਗਰਜਾਂ ਦਾ ਖੁੱਲਣਾ। ਗਰਜਾਂ ਦਾ ਖੁੱਲਣਾ ਕੀ ਹੈ? ਉਠਾਏ ਜਾਣ ਵਾਲਾ ਵਿਸ਼ਵਾਸ। ਕਿੰਨੇ ਲੋਕ ਮੇਰੇ ਨਾਲ ਹੋ? ਗਰਜਾਂ ਦਾ ਖੁੱਲਣਾ ਕੀ ਹੈ? ਖੁੱਲ ਕੇ ਬੋਲੋ, ਗਰਜਾਂ ਦਾ ਖੁੱਲਣਾ ਕੀ ਹੈ? ਪਰ ਇਹ ਗਰਜਾਂ ਪਹਿਲੇ ਅਤੇ ਦੂਜੇ ਖਿਚਾਵ ਦੇ ਵਿੱਚ ਨਹੀਂ ਹਨ। ਬ੍ਰਾਈਡ ਨੂੰ ਤਾਂ ਤੀਜੇ